ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਖਣ ਸ਼ਾਹ ਲੁਬਾਣਾ ਜੀ ਨੇ ਬਕਾਲੇ ਦੀ ਧਰਤੀ ਤੇ 9 ਅਕਤੂਬਰ 1664 ਨੂੰ ਗੁਰੂ ਰੂਪ ਵਿੱਚ ਪ੍ਰਗਟ ਕੀਤਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ 'ਚ 500 ਅਰਦਾਸ ਵਾਲੀ ਮਾਇਆ ਔਰ ਬਹੁਤ ਸਾਰੀ ਹੋਰ ਜੋ ਦਸਵੰਧ ਦੀ ਮਾਇਆ ਸੀ ਉਹ ਭੇਟ ਕੀਤੀ ਹੈ। ਆਪ ਕੋਠੇ ਤੇ ਚੜ੍ਹ ਕੇ ਗੁਰੂ ਲਾਧੋਰੇ ਦਾ ਹੋਕਾ ਦਿੱਤਾ ਹੈ। ਗਰੀਬ ਨਵਾਜ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਗੁਰੂ ਹੈ। ਗੁਰੂ ਨਾਨਕ ਦੀ ਗੱਦੀ ਦਾ 9ਵਾਂ ਸੱਚਾ ਵਾਰਸ ਹੈ। ਭੁੱਲੀਏ ਸੰਗਤੇ ਇਸ ਸੱਚੇ ਗੁਰੂ ਦੀ ਸ਼ਰਨ ਵਿੱਚ ਆਓ। ਜਿਹੜੇ ਬਾਕੀ ਹੋਰ ਬਾਈ ਬੈਠੇ ਨੇ ਉਹ ਸਾਰੇ ਪਖੰਡੀ ਨੇ, ਦੰਭੀ ਨੇ। ਮੈਂ ਸਾਰਿਆਂ ਕੋਲ ਜਾ ਕੇ ਵੇਖ ਲਿਆ। ਮੱਖਣ ਸ਼ਾਹ ਲੁਬਾਣਾ ਜੀ ਦੀ ਇਸ ਇੱਕ ਆਵਾਜ਼ ਦੇ ਨਾਲ ਦੂਰ ਦਰਾਡੇ ਤੋਂ ਆਈਆਂ ਸਾਰੀਆਂ ਸੰਗਤਾਂ ਇਹ ਬਾਈ ਪਖੰਡੀ ਝੂਠੇ ਗੁਰੂਆਂ ਵਾਲਾ ਰਸਤਾ ਛੱਡ ਕੇ ਦਰਸ਼ਨ ਦੇਖਣ ਕਾਰਨ ਸਗਲੀ ਉਲਟ ਪਈ ਲੁਕਾਈ ਵਾਲਾ ਕੰਮ ਹੋਇਆ। ਇਹ ਸਾਰੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਆਏ। ਸੰਗਤਾਂ ਨੇ 9ਵੇਂ ਪਾਤਸ਼ਾਹ ਜੀ ਨੂੰ ਭੇਟਾਂ ਰੱਖੀਆਂ। ਕੱਪੜੇ, ਬਸਤਰ, ਸੋਨਾ, ਚਾਂਦੀ, ਮਾਇਆ ਇਤਿਆਦਿਕ ਜਿਹਦੇ ਕੋਲ ਜੋ ਵੀ ਗੁਰੂ ਘਰ ਦੇ ਦਸਵੰਧ ਦੀ ਮਾਇਆ ਸੀ 9ਵੇਂ ਪਾਤਸ਼ਾਹ ਜੀ ਨੂੰ ਭੇਟ ਕੀਤੀ। ਉਸ ਵੇਲੇ ਇਹ ਬਾਈ ਪਖੰਡੀ ਝੂਠੇ ਗੁਰੂਆਂ ਦੇ ਪੈਰੋਕਾਰ, ਇਹਨਾਂ ਦੇ ਮਸੰਦ ਉਹ ਵੀ ਵੇਖਣ ਵਾਸਤੇ ਗਏ। ਗੁਰੂ ਮਹਾਰਾਜ ਜੀ ਦੇ ਸਾਹਮਣੇ ਮਾਇਆ ਦਾ ਢੇਰ ਲੱਗਾ ਵੇਖ ਕੇ ਉਹਨਾਂ ਨੂੰ ਗਸ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਕਿ ਇੰਨੀ ਮਾਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਹੈ। ਸਾਨੂੰ ਇੰਨਾ ਸਮਾਂ ਹੋ ਗਿਆ ਇੰਨੀ ਮਾਇਆ ਨਹੀਂ ਆਈ। ਇੱਧਰ ਇੱਕੋ ਦਿਨ ਹੀ ਮੱਖਣ ਸ਼ਾਹ ਲੁਬਾਣੇ ਨੇ ਬਾਬੇ ਬਕਾਲੇ ਦੀ ਧਰਤੀ ਦਾ ਸਾਰਾ ਜਿਹੜਾ ਮਾਹੌਲ ਸੀ ਉਹ ਬਦਲ ਦਿੱਤਾ ਹੈ। ਤੇ ਸਾਰੀਆਂ ਸੰਗਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੱਥਾ ਟੇਕਿਆ। ਇੰਨੀ ਮਾਇਆ ਗੁਰੂ ਕੋਲ ਆਈ ਹੈ। ਇਹਨਾਂ ਜਾ ਕੇ ਆਪਣੇ ਆਪਣੇ ਮਸੰਦਾਂ ਨੂੰ ਦੱਸਿਆ। ਉਹ ਸਾਰੇ ਮਸੰਦ ਆਪਣੇ ਆਪਣੇ ਝੂਠੇ ਗੁਰੂਆਂ ਕੋਲ ਇੱਕ ਦੂਸਰੇ ਦੇ ਨਾਲ ਮਿਲ ਕੇ ਦੱਸਦੇ ਨੇ ਵੀ ਇੰਨੀ ਮਾਇਆ ਇਕੱਲੇ ਕੋਲ ਆਈ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਕੋਲ ਕਿਸੇ ਸਿੱਖ ਨੇ ਨਹੀਂ ਆਉਣਾ। ਸਾਰੀ ਮਾਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਜਾਏਗੀ, ਕਿਉਂਕਿ ਮੱਖਣ ਸ਼ਾਹ ਆਪ ਇੰਨੀ ਮਾਇਆ ਉਹਨਾਂ ਨੂੰ ਚੜਾ ਗਿਆ। ਤੇ ਜੇ ਇਸ ਤਰ੍ਹਾਂ ਨਾ ਹੁੰਦਾ ਤੇ ਪੈਸੇ ਤੁਹਾਡੇ ਸਾਰਿਆਂ ਵਿੱਚ ਵੰਡੇ ਜਾਣੇ ਸੀ। ਹੁਣ ਤੱਕ ਕੋਈ ਸੰਗਤ ਕਿਧਰੋਂ ਆਉਂਦੀ, ਕੋਈ ਸੰਗਤ ਕਿਤੇ ਆਉਂਦੀ ਤੇ ਸਾਰਿਆਂ ਦਾ ਹੀ ਕੰਮ ਕਾਰ ਚੱਲਦਾ ਸੀ। ਕੋਈ ਸੰਗਤ ਕਿਸੇ ਨੂੰ ਮਾਇਆ ਦੇ ਜਾਂਦੀ, ਕੋਈ ਕਿਸੇ ਨੂੰ। ਪਰ ਹੁਣ ਤੇ ਸਾਰੇ ਜਿਹੜੇ ਨੇ ਉਹ ਖਾਲੀ ਬੈਠੇ ਰਹਿਣਗੇ, ਕਿਉਂਕਿ ਇੰਨੀ ਮਾਇਆ ਇਕੱਲਿਆਂ ਕੋਲ। ਕੁਝ ਕੀਤਾ ਜਾਏ, ਕੀ ਕੀਤਾ ਜਾਏ ਇਹ ਵਿਚਾਰ ਕੇ ਸਾਰਿਆਂ ਨੇ ਕਿਹਾ ਵੀ ਸਾਡੇ ਸਾਰਿਆਂ ਚੋਂ ਧੀਰਮਲ ਮੁਖੀ ਹੈ, ਉਹਦੇ ਕੋਲ ਚੱਲੀਏ। ਉਹਦੇ ਕੋਲ ਆਏ। ਧੀਰਮਲ ਸਮੇਤ ਇਹ ਸਾਰੇ ਬੜੇ ਦੁਖੀ ਹੋਏ ਵੀ ਇੰਨੀ ਮਾਇਆ ਇਕੱਲਿਆਂ ਕੋਲ ਜਿਹੜੀ ਉਹ ਠੀਕ ਨਹੀਂ। ਇਹ ਮਾਇਆ ਤੇ ਸਾਡੇ ਕੋਲ ਆਉਣੀ ਚਾਹੀਦੀ ਹੈ। ਧੀਰਮਲ ਦਾ ਮਸੰਦ ਸੀ ਸ਼ੀਹਾਂ। ਉਸ ਵੇਲੇ ਧੀਰਮਲ ਨੂੰ ਆਖਣ ਲੱਗਾ ਕਿ ਜੇ ਅੱਜ ਹੀ ਇਸ ਗੱਲ ਦਾ ਕੋਈ ਹੀਲਾ ਨਾ ਕੀਤਾ, ਪ੍ਰਬੰਧ ਨਾ ਕੀਤਾ, ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਬਹੁਤ ਭਾਰੀ ਦੁੱਖ ਹੋਏਗਾ।
ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹਿਲੇ ਦਿਨ ਬੈਠੇ ਨੇ, ਇੰਨੀ ਮਾਇਆ ਆ ਗਈ, ਰੋਜ਼ ਰੋਜ਼ ਉਹਨਾਂ ਕੋਲ ਧਨ ਆਏਗਾ, ਇਸ ਲਈ ਹੁਣੇ ਉਹਨਾਂ ਨੂੰ ਦਬਾਉਣਾ ਚਾਹੀਦਾ। ਅਜੇ ਨਵਾਂ ਨਵਾਂ ਕੰਮ ਹੈ, ਆਪਣਾ ਉਹਨਾਂ ਤੇ ਪ੍ਰਭਾਵ ਪਾ ਲਾਂਗੇ, ਦਬਾ ਲਾਂਗੇ ਤੇ ਸਾਡਾ ਕੰਮ ਕਰ ਚੱਲਦਾ ਰਹੇਗਾ, ਨਹੀਂ ਤੇ ਬੜਾ ਮੁਸ਼ਕਲ ਹੈ। ਪਾਪੀ ਦੁਸ਼ਟ ਸ਼ੀਹਾਂ ਮਸੰਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਾਸਤੇ ਮਾੜੀਆਂ ਵਿਉਂਤਾਂ ਬਣਾ ਕੇ ਧੀਰਮਲ ਨੂੰ ਸੁਣਾ ਰਿਹਾ, ਕੀ ਕੁਝ ਕਹਿ ਰਿਹਾ। ਇਤੋਂ ਤੱਕ ਪ੍ਰਸੰਗ ਆਪ ਜੀ ਨੇ ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ। ਜਿਵੇਂ ਅਗਲੀ ਕਥਾ ਹੋਵੇ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਕੀ ਗਾਥਾ ਨੂੰ ਜਿਵੇਂ ਵਰਣਨ ਕਰਦੇ ਨੇ, ਆਪ ਜੀ ਮਨ ਬਿਰਤੀ ਇਕਾਗਰ ਕਰਕੇ ਇਹ ਕਥਾ ਸਰਵਣ ਕਰੋ, ਰਸਨਾ ਪਵਿੱਤਰ ਕਰੋ, ਸਾਰੇ ਜਪੋ ਸਤਨਾਮ ਵਾਹਿਗੁਰੂ ਜੀ। ਕਹਿ ਦਿਓ ਤਰਾਸ ਨਾਨਕ ਸੇ ਬਾਹਰ। ਅਜੇ ਨਵੀਂ ਨਵੀਂ ਗੱਲ ਹੈ, ਆਪਾਂ ਨੂੰ ਇਹਦਾ ਕੋਈ ਹੀਲਾ ਕਰਨਾ ਚਾਹੀਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੋਈ ਧਮਕੀ ਦਈਏ, ਉਹਨਾਂ ਨੂੰ ਡਰਾ ਦਈਏ ਕਿ ਜਿਵੇਂ ਤੁਸੀਂ ਪਹਿਲਾਂ ਹੁਣ ਤੱਕ ਭੋਰੇ 'ਚ ਬੈਠੇ ਸੀ ਇਸੇ ਤਰ੍ਹਾਂ ਬੈਠੇ ਰਹੋ। ਇੰਨਾ ਜ਼ਿਆਦਾ ਉਹਨਾਂ ਨੂੰ ਡਰਾ ਦਈਏ ਕਿ ਆਪਣੇ ਭੋਰੇ ਤੋਂ ਬਾਹਰ ਨਿਕਲ ਕੇ ਕਦੀ ਗੱਦੀ ਲਾ ਕੇ ਬੈਠਣ ਹੀ ਨਾ। ਕਿਦੋਂ ਸੰਘਾਰੋ ਹੋਏ ਨਾ ਜ਼ਾਹਰ। ਤੇ ਜੇ ਇਸ ਤਰ੍ਹਾਂ ਨਹੀਂ ਤੇ ਪੱਕਾ ਕੰਮ ਕਰ ਦਈਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੌਤ ਦੇ ਘਾਟ ਉਤਾਰ ਦਈਏ, ਮਾਰ ਹੀ ਦਈਏ, ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਕੋਈ ਇਸ ਤਰ੍ਹਾਂ ਦਾ ਵਿਵਾਦ ਰਹੇ ਹੀ ਨਾ। ਕਹਿ ਅਬ ਦਰਬ ਛੀਨ ਲਿਓ ਤਾਹੀਂ। ਤੇ ਜਾਂ ਫਿਰ ਹੁਣ ਆਪਣੇ ਬੰਦੇ ਭੇਜੀਏ ਤੇ ਸਾਰੀ ਜਿਹੜੀ ਚੜ੍ਹਤ ਚੜਾਵੇ ਦੀ ਮਾਇਆ ਤੇ ਹੋਰ ਜੋ ਕੁਝ ਵੀ ਸਾਜੋ ਸਮਾਨ ਆਇਆ, ਇਹ ਸਾਰਾ ਕੁਝ ਛੀਨ ਲਈਏ, ਭਾਵ ਖੋਹ ਲਿਆਈਏ। ਆਗੇ ਕੋ ਦਿਓ ਭੈ ਉਪਜਾਹੀ। ਅੱਜ ਸਾਰਾ ਸਮਾਨ ਖੋਹ ਲਿਆਈਏ ਤੇ ਅੱਗੇ ਵਾਸਤੇ ਉਹਨਾਂ ਨੂੰ ਡਰਾ ਦਈਏ ਇਹ ਖਬਰਦਾਰ, ਜੇ ਅੱਜ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਗੱਦੀ ਲਾ ਕੇ ਬੈਠੇ, ਕਿਦੋਂ ਆਪਣੇ ਦਾਸ ਪਠਾਵੋ। ਜਾਂ ਤੁਸੀਂ ਆਪਣੇ ਕੁਝ ਹੋਰ ਦਾਸ ਸੇਵਕ ਭੇਜਣਾ ਕਰੋ। ਦਰਬ ਜਿਤੋ ਏਠਾਂ ਠਹਿਰਾਵੋ। ਜਿੰਨੀ ਵੀ ਉਹਨਾਂ ਕੋਲ ਮਾਇਆ, ਸਾਰੀ ਮਾਇਆ ਤੇ ਜੋ ਵੀ ਹੋਰ ਚੜ੍ਹਤ ਚੜਾਵਾ ਹੈ ਉਹ ਚੁੱਕ ਲਿਆਈਏ। ਸਭ ਲੋਕਨ ਕੀ ਬਰਜੋ ਭੀਰ। ਤੇ ਜਿਹੜੇ ਉੱਥੇ ਲੋਕੀ ਨੇ ਉਹਨਾਂ ਸਾਰੇ ਲੋਕਾਂ ਦੀ ਭੀੜ ਨੂੰ ਉਥੋਂ ਹਟਾ ਦਈਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹੀਏ ਵੀ ਤੁਸੀਂ ਭੋਰੇ ਦੇ ਅੰਦਰ ਚਲੇ ਜਾਓ, ਇਹ ਮਾਇਆ ਸਾਰੀ ਸਾਡੇ ਕੋਲ ਭੇਜ ਦਿਓ, ਤੇ ਸੰਗਤਾਂ ਨੂੰ ਆਖੀਏ ਵੀ ਤੁਸੀਂ ਸਾਰੇ ਆਪੋ ਆਪਣੇ ਡੇਰੇ ਘਰੀ ਜਾਓ। ਆਈ ਜਿਤਕ ਉਪਾਇਨ ਤੀਰ। ਜਿੰਨੀ ਵੀ ਉਹਨਾਂ ਦੇ ਕੋਲ ਦਸਵੰਧ ਦੀ ਜਾਂ ਹੋਰ ਭੇਟਾ ਮਾਇਆ ਆਈ ਹੈ, ਸਭ ਸੰਗਤ ਜਬ ਡੇਰਨ ਜਾਵੇ। ਤੇ ਜਦੋਂ ਸਾਰੀ ਸੰਗਤ ਲਾਗੋਂ ਆਪੋ ਆਪਣੇ ਘਰਾਂ ਨੂੰ ਮੁੜ ਜਾਵੇਗੀ, ਸਗਰੀ ਵਸਤ ਉਠਾਏ ਸੋ ਲਿਆਵੇਂ। ਗੁਰੂ ਘਰ ਦੇ ਵਿੱਚ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਜੋ ਵੀ ਸਾਜੋ ਸਮਾਨ ਹੈ ਉਹ ਸਾਰਾ ਕੁਝ ਸਾਡੇ ਬੰਦੇ ਚੁੱਕ ਲਿਆਉਣਗੇ। ਦਰਬ ਆਜ ਕੋ ਤੇਜੇ ਪਾਸ। ਜਿੰਨੀ ਵੀ ਅੱਜ ਦੀ ਚੜ੍ਹਤ ਦੀ ਮਾਇਆ ਉਹਨਾਂ ਦੇ ਕੋਲ ਹੈ, ਰਹੇ ਨ ਤੁਮ ਕੋ ਉਪਜੈ ਤਰਾਸ। ਜੇਕਰ ਇਹ ਮਾਇਆ ਉਹਨਾਂ ਦੇ ਕੋਲ ਰਹੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੇਰੇ ਲਈ ਇਹ ਬੜੀ ਵਿਪਤਾ ਬਣੇਗੀ। ਵੈਰ ਉਪਾਇਨ ਘਰ ਤੇ ਜਾਵਤ। ਉਹ ਹੁਣ ਕੀ ਕਰਨ ਵੀ ਜਾਂ ਤੇ ਜਦੋਂ ਉਹ ਆਪਣੇ ਘਰੋਂ ਬਾਹਰ ਕਿਤੇ ਨਿਕਲਦੇ ਨੇ, ਲੈਨ ਉਪਾਏ ਚਿਤੋ ਤੁਮ ਤਾਵਤ। ਤੇ ਤਾਂ ਫਿਰ ਉਦੋਂ ਵੇਖ ਲੋ ਜਾਓ ਜਦੋਂ ਆਪਣੇ ਘਰੋਂ ਬਾਹਰ ਕਿਸੇ ਆਸੇ ਪਾਸੇ ਜਾਣ, ਘਰ ਕੋਈ ਨਾ ਹੋਵੇ, ਤਾਂ ਜਾ ਕੇ ਸਾਰੀ ਮਾਇਆ ਚੁੱਕ ਲਿਆਈਏ। ਪਰ ਇਹ ਮੁਸ਼ਕਲ ਹੈ। ਇਸ ਲਈ ਦੂਸਰਾ ਕੰਮ ਇਹ ਹੈ ਕਿ ਜਿੰਨੀ ਦੇਰ ਤੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਹਰ ਬੈਠੇ ਨੇ, ਸੰਗਤਾਂ ਵਿੱਚ ਬੈਠੇ ਨੇ, ਮਾਇਆ ਬਾਹਰ ਦੀਵਾਨ ਵਿੱਚ ਉਹਨਾਂ ਦੇ ਸਾਹਮਣੇ ਖੁੱਲੀ ਪਈ ਹੈ, ਬੋਰ ਨ ਤੁਮਰੇ ਘਰ ਸੁਆਵੇ। ਤੇ ਉਦੋਂ ਤੱਕ ਆਪਣਾ ਜ਼ੋਰ ਚੱਲ ਸਕਦਾ। ਜੇ ਇਹਨਾਂ ਨੇ ਮਾਇਆ ਸੰਭਾਲ ਲਈ, ਘਰ ਲੈ ਗਏ ਅੰਦਰ, ਫਿਰ ਤੁਹਾਡਾ ਕੋਈ ਜ਼ੋਰ ਨਹੀਂ ਚੱਲੇਗਾ। ਲੇਕਰ ਕਿਤਹੋਂ ਗੁਪਤ ਛਪਾਵੇ। ਕਿਉਂਕਿ ਇਹ ਮਾਇਆ ਸਾਰੀ ਜਿਹੜੀ ਹੈ ਸੰਭਾਲ ਲੈਣਗੇ। ਮਾਤਾ ਨਾਨਕੀ ਜੀ ਬੜੇ ਸਿਆਣੇ ਨੇ, ਉਹਨਾਂ ਨੂੰ ਘਰ ਬਾਹਰ ਦਾ, ਦੁਨੀਆਦਾਰੀ ਦਾ ਸਾਰਾ ਪਤਾ।
ਇਹ ਕਿਸੇ ਗੁਪਤ ਥਾਂ ਤੇ ਮਾਇਆ ਲੁਕੋ ਦੇਣਗੇ। ਚਾਕਰ ਰਾਖ ਹੋਏ ਪੁਨ ਗਾਡੋ। ਉਸ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਮਹਾਰਾਜ ਜੀ ਵਾਂਗੂ ਇਹ ਆਪਣੇ ਕੋਲ ਬਹੁਤ ਸਾਰੇ ਨੌਕਰ ਚਾਕਰ ਰੱਖਣਗੇ ਦਿਖਸੇ ਨਹੀਂ ਜੋ ਕਿਮ ਜੀ ਕਾਡੋ। ਤੇ ਫਿਰ ਆਪਣੇ ਕੋਲ ਫੌਜਾਂ ਰੱਖਣਗੇ। ਇਸ ਵਾਸਤੇ ਯਤਨ ਕਰੋ ਵੀ ਪੈਸਾ ਮਾਇਆ ਕੋਲ ਲੈ ਆਈਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵਰਜ ਦਈਏ, ਉਹ ਆਪਣੇ ਘਰ ਤੋਂ ਬਾਹਰ ਕਦੀ ਨਿਕਲਣ ਹੀ ਨਾ। ਜਿਮ ਲਗੂ ਜਰ ਤਰ ਕੀ ਸੋ ਅਖਾਰੈ। ਸਿਆਣੇ ਆਂਦੇ ਨੇ ਵੀ ਜੇ ਕੋਈ ਰੁੱਖ ਪੁੱਟਣਾ ਹੋਵੇ ਨਾ, ਤੇ ਜਦੋਂ ਉਹ ਰੁੱਖ ਛੋਟਾ ਹੁੰਦਾ ਨਾ, ਉਹਦੀਆਂ ਜੜ੍ਹਾਂ ਅਜੇ ਜ਼ਿਆਦਾ ਮਜ਼ਬੂਤ ਨਹੀਂ ਹੁੰਦੀਆਂ, ਉਹਨੂੰ ਉਸੇ ਵੇਲੇ ਹੀ ਪੁੱਟ ਦੇਣਾ ਚਾਹੀਦਾ ਹੈ। ਵੱਡੇ ਹੋਏ ਗੋ ਕੌਣ ਉਪਾਰਹਿ। ਜਦੋਂ ਉਹ ਰੁੱਖ ਵੱਡਾ ਹੋ ਜਾਏ ਫਿਰ ਉਹ ਤਾਕਤ ਵਾਲਾ ਹੋ ਜਾਂਦਾ, ਉਹਦੀਆਂ ਜੜ੍ਹਾਂ ਪੱਕੀਆਂ ਮਜ਼ਬੂਤ ਹੋ ਜਾਂਦੀਆਂ ਨੇ, ਉਦੋਂ ਫਿਰ ਉਹਨੂੰ ਪੁੱਟਣਾ ਮੁਸ਼ਕਲ ਬਣਦਾ ਹੈ। ਨਿਜ ਹਿਤ ਬਾਤ ਕਰੋ ਅਬ ਹੋਏ। ਇਸ ਵਾਸਤੇ ਧੀਰ ਮੱਲ ਜੋ ਵੀ ਮੈਂ ਤੈਨੂੰ ਕਹਿ ਰਿਹਾ, ਇਹ ਗੱਲ ਤੇਰੇ ਲਈ, ਮੇਰੇ ਲਈ, ਆਪਣੇ ਸਾਰਿਆਂ ਲਈ ਬੜੀ ਚੰਗੀ ਭਲੇ ਦੀ ਹੈ। ਬੀਤੇ ਬਨੇ ਉਪਾਏ ਨਾ ਕੋਈ। ਜੇ ਸਮਾਂ ਗੁਜ਼ਰ ਗਿਆ ਫਿਰ ਆਪਾਂ ਸਾਰੇ ਹੱਥ ਮਲਦੇ ਰਹਿ ਜਾਵਾਂਗੇ, ਬਾਅਦ ਦੇ ਵਿੱਚ ਆਪਣਾ ਕੋਈ ਚਾਰਾ ਨਹੀਂ ਚੱਲਣਾ। ਹਿਮ ਸੁਨ ਧੀਰ ਮਲ ਨੇ ਕਹਿਓ। ਇਹ ਸੁਣ ਕੇ ਧੀਰ ਮੱਲ ਵਿਚਾਰਨ ਲੱਗਾ ਤੇ ਕਹਿਣ ਲੱਗਾ, ਤਿਨ ਕੇ ਤਉ ਧਨ ਲੋਭ ਨਾ ਲਹਿਓ। ਆਖਣ ਲੱਗਾ ਵੀ ਗੱਲ ਤੇਰੀ ਠੀਕ ਹੈ, ਪੈਸਾ ਜਿੰਨਾ ਵੀ ਚੜਿਆ ਨਾ ਆਪਾਂ ਲੈ ਆਈਏ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਬੜੇ ਤਿਆਗੀ, ਬੈਰਾਗੀ, ਅਨੁਰਾਗੀ ਨੇ। ਉਹਨਾਂ ਦਾ ਜੀਵਨ ਹੀ ਇਸੇ ਤਰ੍ਹਾਂ ਦਾ। ਉਹਨਾਂ ਨੂੰ ਤੇ ਪੈਸੇ ਮਾਇਆ ਦਾ ਕੋਈ ਲੋਭ ਲਾਲਚ ਨਹੀਂ ਹੈ। ਜੇ ਤਿਸ ਪਾਸ ਅਚਾਨਕ ਆਵਾ। ਤੇ ਇਹ ਤੇ ਅਚਾਨਕ ਹੀ ਉਹ ਸਿੱਖ ਆਇਆ ਮੱਖਣ ਸ਼ਾਹ, ਜਿਨੇ ਇੰਨੀ ਮਾਇਆ ਚੜਾ ਦਿੱਤੀ। ਨਹੀਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤੇ ਕੋਈ ਪੈਸੇ ਨਾ ਮਾਇਆ ਨਾ ਇਹ ਕੱਪੜੇ ਬਸਤਰ, ਇਹਨਾਂ ਨਾ ਕੋਈ ਤੇ ਮੋਹ ਹੈ ਹੀ ਨਹੀਂ ਹੈ। ਸੋ ਤਿਆਗਨ ਨੈ ਮੋਕੋ ਭਾਵਾ। ਤੇ ਇਸ ਲਈ ਜੋ ਕੁਝ ਵੀ ਉਹਨਾਂ ਦੇ ਕੋਲ ਆਇਆ ਹੈ ਨਾ, ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਪਿਆਰ ਨਹੀਂ, ਤੇ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਨੇ। ਇਸ ਲਈ ਇਹ ਸਾਰਾ ਸਾਜੋ ਸਮਾਨ ਅੱਜ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਇਤੁ ਦਰਬ ਕਿਮ ਦੇਹ ਜਾਨ। ਇਸ ਵਾਸਤੇ ਇੱਕ ਤੇ ਪੈਸਾ ਤੇ ਦੂਸਰਾ ਹੈ ਵੀ ਇੰਨਾ ਪੈਸਾ। ਆਪਾਂ ਤੇ ਇੱਕ 2-2 ਟਕੇ ਮੋਹਰਾ ਪੈਸਾ ਨੀ ਦਵਾਨੀ ਮਿਹਨੇ ਤੇ 500 ਮੋਹਰ ਇਕੱਠੀ ਤੇ ਦਸਵੰਧ ਦੀ ਮਾਇਆ ਵੱਖਰੀ। ਦੂਸਰਾ ਜਿੰਨੀ ਵੀ ਸੰਗਤ ਆਈ ਸੀ ਬਕਾਲੇ ਸਾਰਿਆਂ ਨੇ ਭੇਟਾ ਰੱਖੀ। ਇਹ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੋਹਰਾ। ਇੰਨਾ ਪੈਸਾ ਇਕੱਠਾ ਜਿਹੜਾ ਉਹ ਕਿਵੇਂ ਨਾ ਆਪਾਂ ਪ੍ਰਾਪਤ ਕਰੀਏ, ਉਹ ਸਾਰਾ ਪੈਸਾ ਆਪਣੇ ਕੋਲ ਆਉਣਾ ਚਾਹੀਦਾ ਹੈ। ਜਿਸ ਧਨ ਕੇ ਨ ਕਛੂ ਸਮਾਨ। ਕਿਉਂਕਿ ਇਹ ਧਨ ਜਿਹੜਾ ਨਾ ਪੈਸਾ, ਇਹ ਹੀ ਸਭ ਤੋਂ ਵੱਡੀ ਸੋਚ ਹੈ। ਇਹ ਜੋ ਜ਼ਿਕਰ ਚੱਲ ਰਿਹਾ ਨਾ, ਗੁਰੂ ਦੀ ਸੋਚ ਨਹੀਂ ਹੈ, ਇਹ ਧੀਰ ਮੱਲ ਦੀ ਸੋਚ। ਮੈਂ ਕੱਲ ਹੀ ਬੇਨਤੀ ਕੀਤੀ ਸੀ, ਜਿਹੜਾ ਪਰਮਾਤਮਾ ਦੇ ਰਾਹ ਦਾ ਪਾਂਧੀ ਹੈ, ਜਿਹੜਾ ਪਰਮਾਰਥ ਤੇ ਤੁਰਨ ਵਾਲਾ ਹੈ ਨਾ, ਉਹ ਗੁਰੂ ਦੀ ਦਿੱਤੀ ਸੋਚ ਦਾ ਸਦਕਾ ਆਪਣੇ ਧੰਦੇ ਨੂੰ ਧਰਮ ਬਣਾ ਲੈਂਦਾ। ਉਹਦਾ ਧੰਦਾ ਵੀ ਧਰਮ ਹੁੰਦਾ ਹੈ। ਤੇ ਜਿੱਥੇ ਪੈਸੇ ਦਾ ਲੋਭ ਹੈ, ਹਲਕੇ ਕੁੱਤੇ ਵਾਲੀ ਲੋਭੀ ਬਿਰਤੀ ਹੈ, ਉੱਥੇ ਫਿਰ ਧੰਦਾ ਜਿਹੜਾ ਨਾ, ਉਹ ਤੇ ਧੰਦਾ ਹੈ ਹੀ। ਉਹਨਾਂ ਵਾਸਤੇ ਧਰਮ ਵੀ ਧੰਦਾ ਬਣ ਜਾਂਦਾ ਹੈ। ਉਹਨਾਂ ਦੀ ਨਿਗਾਹ ਦੇ ਵਿੱਚ ਧਰਮ ਦੇ ਮਾਇਨੇ ਧੰਦੇ ਤੋਂ ਪਰੇ ਕੁਝ ਨਹੀਂ। ਹੁਣ ਧੀਰ ਮੱਲ ਲਈ ਕੀ ਹੈ? ਧੀਰ ਮੱਲ ਲਈ ਗੁਰਤਾ ਗੱਦੀ ਦਾ ਮਤਲਬ ਇਹ ਥੋੜੀ ਹੈ ਵੀ ਸੰਗਤਾਂ ਦੀ ਬਾਹ ਫੜੀ ਜਾਏ, ਉਹਨਾਂ ਨੂੰ ਇੱਕ ਨਾਲ ਜੋੜਿਆ ਜਾਏ, ਉਹਨਾਂ ਦੇ ਦੁੱਖ ਕੱਟੇ ਜਾਣ, ਉਹਨਾਂ ਸੰਗਤਾਂ ਦੀਆਂ ਅਰਦਾਸਾਂ ਸੁਣੀਆਂ ਜਾਣ, ਉਹਨਾਂ ਦੇ ਸਮੁੰਦਰਾਂ 'ਚ ਫਸੇ ਹੋਏ ਬੇੜੇ ਪਾਰ ਕੀਤੇ ਜਾਣ। ਧੀਰ ਮੱਲ ਨੂੰ ਇਹਨਾਂ ਗੱਲਾਂ ਨਾਲ ਕੀ? ਧੀਰ ਮੱਲ ਨੂੰ ਸਿਰਫ ਇਸ ਗੱਲ ਦਾ ਮਤਲਬ ਹੈ ਵੀ ਗੁਰੂ ਬਣ ਜਾਓ ਤੇ ਸੰਗਤਾਂ ਵੱਲੋਂ ਮਾਇਆ ਆਉਂਦੀ ਹੈ, ਪੈਸਾ ਆਉਂਦਾ। ਇਹ ਸੋਚ ਧੀਰ ਮੱਲ ਦੀ ਵੀ ਆਈ ਸੋਚ ਸੀ, ਰਾਮ ਰਾਏ ਦੀ ਵੀ ਆਈ ਸੋਚ ਸੀ, ਪ੍ਰਿਥੀ ਚੰਦ ਦੀ ਵੀ ਆਈ ਸੋਚ ਸੀ, ਦਾਤੂ ਦੀ ਦਾਸੂ ਦੀ ਵੀ ਆਈ ਸੋਚ ਸੀ ਵੀ ਅਸੀਂ ਗੁਰੂ ਬਣੀਏ। ਇਹ ਆਂਦਾ ਹੈ ਵੀ ਪੈਸਾ ਜਿਹੜਾ ਨਾ ਸਭ ਤੋਂ ਵੱਡੀ ਸ਼ੈ ਹੈ। ਪੈਸੇ ਦੇ ਨਾਲ ਜੋ ਕੁਝ ਮਰਜ਼ੀ ਕਰੋ, ਪੈਸੇ ਦੇ ਨਾਲ ਜੋ ਕੁਝ ਮਰਜ਼ੀ ਖਰੀਦ ਲਓ,
ਇਤੋਂ ਤੱਕ ਕਿ ਪੈਸੇ ਦੇ ਨਾਲ ਬੰਦਿਆਂ ਨੂੰ ਖਰੀਦ ਲਓ, ਪੈਸੇ ਦੇ ਨਾਲ। ਮਸਕੀਨ ਸਾਹਿਬ ਕਹਿੰਦੇ ਨਾ ਹਰ ਕੁਝ ਵਿਕਦਾ, ਪਰ ਸ਼ਰਤ ਇਹ ਹੈ ਵੀ ਉਹਦੀ ਕੀਮਤ ਜਿਹੜੀ ਹੈ ਨਾ ਉਹਦੇ ਹਿਸਾਬ ਨਾਲ ਵਾਜਬ ਹੋਵੇ। ਹਰ ਕੁਝ ਵਿਕਦਾ, ਕੀ ਕੁਝ ਨਹੀਂ ਵਿਕਦਾ ਦੁਨੀਆ ਤੇ? ਈਮਾਨ ਵਿਕਦਾ ਹੈ, ਬੰਦਾ ਵਿਕਦਾ ਹੈ, ਕਾਨੂੰਨ ਵਿਕਦੇ ਨੇ, ਅਦਾਲਤਾਂ ਵਿਕਦੀਆਂ ਨੇ, ਕਚਹਿਰੀਆਂ ਵਿਕਦੀਆਂ ਨੇ, ਥਾਣੇ ਵਿਕਦੇ ਨੇ, ਬੰਦੇ ਵਿਕਦੇ ਨੇ, ਕਿੰਨਾ ਕੁਝ ਵਿਕਦਾ। ਲੋਕਾਂ ਦੇ ਚੁਣੇ ਹੋਏ MLA ਵਿਕਦੇ ਨੇ, ਲੋਕਾਂ ਦੇ ਚੁਣੇ ਹੋਏ MP ਵਿਕਦੇ ਨੇ। ਸਾਰੀ ਦੁਨੀਆ ਵੇਖਦੀ ਹੈ ਨਾ ਟੀਵੀ 'ਚ ਕੀ ਕੁਝ ਹੁੰਦਾ, ਵੇਖਦੀ ਹੈ ਨਾ। ਚੁਣ ਕੇ ਕਿਸੇ ਪਾਰਟੀ ਲਈ ਗਿਆ, ਅੱਗੇ ਜਾ ਕੇ ਵਿਕ ਗਿਆ, ਦੂਸਰੇ ਪਾਸੇ ਚਲਾ ਗਿਆ, ਵਿਕਦੇ ਨੇ। ਬੜਾ ਕੁਝ ਵਿਕਦਾ ਇੱਥੇ, ਪਰ ਸ਼ਰਤ ਇਹ ਹੈ ਵੀ ਉਹਦੀ ਕੀਮਤ ਉਹੋ ਜਿਹੀ ਲੱਗੇ। ਬੜਾ ਕੁਝ ਵਿਕਦਾ। ਤੋ ਧੀਰਮਾ ਲਾਂਦਾ ਵੀ ਪੈਸੇ ਦੇ ਨਾਲ ਜੋ ਕੁਝ ਮਰਜ਼ੀ ਖਰੀਦ ਲਓ, ਪੈਸੇ ਦੇ ਨਾਲ ਜੋ ਕੁਝ ਮਰਜ਼ੀ ਕਰ ਲਓ। ਆਵ ਕੋ ਗੁਰ ਹਿਤ ਜਿਤਕ ਉਪਾਇਨ। ਹੁਣ ਜਿੰਨੀ ਵੀ ਉਹਨਾਂ ਦੇ ਕੋਲ ਹੁਣ ਤੱਕ ਮਾਇਆ ਆਈ ਹੈ, ਉਤ ਆਏ ਬੋ ਹਮਰੇ ਆਇਨ। ਉਹ ਜਿਹੜੀ ਮਾਇਆ ਸਾਰੀ ਜੇ ਮੇਰੇ ਘਰ ਵਿੱਚ ਆ ਜਾਏ ਤੇ ਬਹੁਤ ਚੰਗਾ ਹੋਵੇਗਾ। ਸਿੱਖ ਸੰਗਤ ਜੇ ਜਾਣਤ ਭੇਵ। ਜਿਹੜੀ ਸਿੱਖ ਸੰਗਤ ਸ਼ੁਰੂ ਤੋਂ ਗੁਰੂ ਘਰ ਆਉਂਦੀ ਹੈ ਉਹ ਭੇਦ ਜਾਣਦੀ ਹੈ। ਪੂਜੈ ਮੋਹਿ ਜਾਨ ਗੁਰਦੇਵ। ਉਹ ਸੰਗਤਾਂ ਤੇ ਮੈਨੂੰ ਗੁਰੂ ਜਾਣ ਕੇ ਪੂਜਦੀਆਂ ਹਨ, ਸ਼੍ਰੀ ਹਰਿ ਰਾਏ ਅਨਜ ਹੈ। ਕਿਉਂਕਿ ਮੈਂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਸੁਪੁੱਤਰ ਹਾਂ। ਤੈਨੂੰ ਅਸ਼ਟ ਭੇ ਨਿਤ ਬੋਲ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਇਹ ਜਿਹੜਾ ਗੁਰੂ ਘਰ ਦੇ ਵਿੱਚ ਜੋ ਰਿਸ਼ਤਾ ਬਣਦਾ, ਉਹਨਾਂ ਦੇ ਵਿੱਚ ਵੀ ਮੈਂ ਵੱਡੇ ਥਾਂ ਤੇ ਹਾਂ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਮੈਂ ਸਕਾ ਖੂਨ ਦੇ ਰਿਸ਼ਤੇ ਦੇ ਵਿੱਚੋਂ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਖੂਨ ਦੇ ਰਿਸ਼ਤੇ ਵਿੱਚੋਂ ਇੰਨੀਆਂ ਰਿਸ਼ਤੇਦਾਰੀਆਂ ਗੁਰੂ ਘਰ ਦੇ ਨਾਲ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਜੀ, ਤੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਸਕੇ ਭਰਾ ਸੀ ਧੀਰਮਲ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਇਹ ਸਤਿਕਾਰਯੋਗ ਤਾਇਆ ਜੀ ਲੱਗਦੇ ਸੀ। ਮੇਰਾ ਦਾਦਾ ਗੁਰੂ, ਮੇਰਾ ਭਰਾ ਗੁਰੂ, ਮੇਰਾ ਭਤੀਜਾ ਗੁਰੂ। ਔਰ ਸੰਗਤਾਂ ਦੇ ਵਿੱਚ ਇਸ ਕਰਕੇ ਮੇਰਾ ਇੰਨਾ ਮਾਣ ਸਤਿਕਾਰ ਹੈ। ਆਵ ਤਿਨ ਤੇ ਫਿਰ ਕਹਿ ਗੁਰ ਆਈ। ਤੇ ਇਹ ਗੁਰਤਾ ਗੱਦੀ ਨਾ ਘੁੰਮ ਫਿਰ ਕੇ ਫਿਰ ਮੇਰੇ ਕੋਲ ਆਈ ਹੈ। ਦਾਦੇ ਦੇ ਕੋਲੋਂ ਮੇਰੇ ਭਰਾ ਕੋਲ ਗਈ, ਭਰਾ ਤੋਂ ਭਤੀਜੇ ਕੋਲ ਅੱਗੇ ਗਈ, ਤੇ ਫਿਰ ਹੁਣ ਵਾਪਸ ਮੇਰੇ ਕੋਲ ਆਈ ਹੈ। ਹੁਣ ਮੈਂ ਸੋਢੀਆਂ ਦੇ ਵਿੱਚੋਂ ਸਿਰਮੌਰ ਹਾਂ ਤੇ ਗੁਰੂ ਹਾਂ। ਸਰਬ ਭਾਂਤ ਮੁਝ ਘਰ ਵਡਿਆਈ। ਹਰ ਇੱਕ ਤਰੀਕੇ ਦੇ ਨਾਲ ਸਿੱਖ ਸੰਗਤ ਦੇ ਵਿੱਚ, ਸਾਡੀ ਬਰਾਦਰੀ ਵਿੱਚ ਮੇਰਾ ਬੜਾ ਸਤਿਕਾਰ, ਮੇਰੀ ਸ਼ੋਭਾ ਹੈ। ਮੱਖਣ ਸਿੱਖ ਵਿਦੇਸ਼ੀ ਜੋਈ। ਇਹ ਜਿਹੜਾ ਸਿੱਖ ਆਇਆ ਭਾਈ ਮੱਖਣ ਸ਼ਾਹ ਲਬਾਣਾ, ਇਹ ਤੇ ਵਿਦੇਸ਼ੀ ਹੈ, ਦੂਰ ਦਰਾੜ ਇਲਾਕੇ ਤੋਂ, ਗੁਜਰਾਤ ਤੋਂ ਆਇਆ ਹੋਇਆ ਹੈ। ਇਸ ਮਹਿਮਾ ਕੋ ਲਖੈ ਨ ਸੋਈ। ਇਸ ਮੇਰੀ ਮਹਿਮਾ ਨੂੰ, ਮੇਰੀ ਵਡਿਆਈ ਨੂੰ ਨਹੀਂ ਸੀ ਜਾਣਦਾ। ਨਿਜ ਮਤ ਤੇ ਕਰ ਗੁਰੂ ਬਨਾਵਾ। ਉਹਨੇ ਤੇ ਆਪਣੀ ਵਿਚਾਰ ਨਾਲ ਜੋ ਉਹਨੂੰ ਚੰਗਾ ਲੱਗਾ ਉਹਨੇ ਕਰਤਾ। ਉਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਚੰਗੇ ਲੱਗੇ, ਉਹਨੇ ਆਪਣੀ ਵਿਚਾਰ ਨਾਲ ਹੀ ਉਹਨਾਂ ਨੂੰ ਗੁਰੂ ਬਣਾ ਦਿੱਤਾ। ਕਿਮਤੇ ਦੇਨ ਦਿਨੇ ਅਮਦਾਵਾ। ਤੇ ਪਰ ਇਹ ਹੁਣ ਅਸੀਂ ਹੋਣ ਤਾਂ ਨਹੀਂ ਨਾ ਦਿਆਂਗੇ ਵੀ ਮੱਖਣ ਸ਼ਾਹ ਵਰਗਾ ਅਮੀਰ ਆਵੇ ਤੇ ਜਿਹਨੂੰ ਮਰਜ਼ੀ ਗੁਰੂ ਬਣਾ ਦੇ, ਵੀ ਹੱਕਦਾਰ ਤੇ ਮੈਂ ਆ। ਮੇਰੇ ਹੁੰਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਬਣ ਜਾਣ, ਉਹਨਾਂ ਕੋਲ ਇੰਨੀ ਮਾਇਆ ਆਵੇ, ਇਹ ਕੁਝ ਮੈਂ ਪੂਰਾ ਹੋਣ ਨਹੀਂ ਦਿਆਂਗਾ। ਇੱਕ ਪਰੰਤ ਮੁਝ ਚਿੰਤਾ ਹੋਏ। ਪਰ ਮੇਰੇ ਮਨ ਵਿੱਚ ਇੱਕ ਫਿਕਰ ਹੈ ਥੋੜਾ ਜਿਹਾ। ਕੰਮ ਤੇ ਠੀਕ ਹੈ, ਉਹ ਪੈਸਾ ਸਾਡੇ ਕੋਲ ਆਉਣਾ ਚਾਹੀਦਾ ਹੈ, ਧਨ ਸਾਡੇ ਕੋਲ ਆਉਣਾ ਚਾਹੀਦਾ, ਪਰ ਇੱਕ ਗੱਲ ਅਸਮੰਜਸ ਵੀ ਹੈ। ਮੱਖਣ ਸਾਥ ਮਨਜ ਬਹੁ ਜੋਈ। ਕਿਉਂਕਿ ਮੱਖਣ ਸ਼ਾਹ ਲੁਬਾਣੀ ਦੇ ਨਾਲ ਬਹੁਤ ਸਾਰੇ ਉਹਦੇ ਨੌਕਰ ਚਾਕਰ ਨੇ, 500 ਉਹਦੇ ਨਾਲ ਨੌਕਰ ਚਾਕਰ ਤੇ ਘੋੜ ਸਵਾਰ, ਤਿਆਰ ਬਰ ਤਿਆਰ ਸੂਰਮੇ ਸ਼ਸਤਰ ਧਾਰੀ ਹਨ। ਨੈ ਵਿਰੋਧ ਹਮਰੇ ਸੰਗ ਕਰੈ। ਤੇ ਜੇਕਰ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਕੁਝ ਮਾੜਾ ਵਿਹਾਰ ਕੀਤਾ
ਤੇ ਨਾ ਹੋਵੇ ਵੀ ਮੱਖਣ ਸ਼ਾਹ ਜਿਹੜਾ ਉਹ ਸਾਡੇ ਪੇਸ਼ ਪੈ ਜਾਵੇ। ਲਓ ਆਸ਼ੀ ਬਿਦ ਹਿਰਦੈ ਵਿਚਰੈ। ਇਹ ਗੱਲ ਜਿਹੜੀ ਬਹੁਤ ਚੰਗੀ ਤਰ੍ਹਾਂ ਪਹਿਲਾਂ ਵਿਚਾਰ ਲੈਣੀ ਚਾਹੀਦੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੇਵਾ ਵਿੱਚ ਮੱਖਣ ਸ਼ਾਹ ਹੈ ਇਸ ਵੇਲੇ। ਉਹਦੇ ਕੋਲ ਨੌਕਰ ਚਾਕਰ ਨੇ, ਉਹਦੇ ਕੋਲ ਨਾਲ ਸੂਰਮੇ ਨੇ। ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੁਰਾ ਭਲਾ ਕਹੀਏ ਤੇ ਪੈਸਾ ਮਾਇਆ ਉਹਨਾਂ ਕੋਲੋਂ ਖੋਹ ਲਿਆਈਏ ਤੇ ਨਾ ਹੋਵੇ ਮੱਖਣ ਸ਼ਾਹ ਸਾਡੇ ਪਿੱਛੇ ਪੈ ਜਾਏ, ਫਿਰ ਸਾਡੇ ਲਈ ਬੜਾ ਮੁਸ਼ਕਲ ਹੋਏਗਾ ਤੇ ਸਾਡੀ ਪਹਿਲਾਂ ਤੋਂ ਵੀ ਜ਼ਿਆਦਾ ਬੇਇੱਜ਼ਤੀ ਨਰਾਦਰੀ ਹੋਵੇਗੀ। ਸੋ ਤੋ ਗੁਰ ਕੋ ਸਿੱਖ ਕਹਾਵੈ। ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਮਹਾਰਾਜ ਜੀ ਦਾ ਸੱਚਾ ਸਿੱਧਕੀ ਸਿੱਖ ਕਹਾਉਂਦਾ ਹੈ। ਕਿਉ ਹਮ ਸੋ ਉਰ ਧਰੂ ਵਧਾਵੈ। ਫਿਰ ਮਨ ਵਿੱਚ ਸੋਚਦਾ ਵੀ ਨਹੀਂ ਮੱਖਣ ਸ਼ਾਹ ਦਾ ਇਹਦੇ ਵਿੱਚ ਕੀ ਲੈਣਾ ਦੇਣਾ। ਮੱਖਣ ਸ਼ਾਹ ਗੁਰੂ ਦਾ ਸਿੱਖ ਹੈ ਤੇ ਸਾਡੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਡੀ ਆਪਣੀ ਘਰ ਦੀ ਗੱਲ। ਇਸ ਵਾਸਤੇ ਮੱਖਣ ਸ਼ਾਹ ਦਾ ਸਾਡੀ ਗੱਲਬਾਤ ਵਿੱਚ ਬੋਲਣਾ, ਸਾਡੇ ਆਪਸੀ ਨਿੱਜੀ ਮਸਲੇ ਚ ਆਉਣਾ, ਇਹ ਠੀਕ ਨਹੀਂ ਬਣਦਾ। ਗੁਰ ਹਿਤ ਭੇਟ ਹੁਤੀ ਸੋ ਦੀਨਸ। ਕਿਉਂਕਿ ਉਹਨੇ ਤੇ ਜਿਹੜੀ ਭੇਟਾ ਦਿੱਤੀ ਹੈ ਉਹ ਤੇ ਗੁਰੂ ਵਾਸਤੇ ਦਿੱਤੀ ਹੈ, ਗੁਰੂ ਜਾਣ ਕੇ ਦਿੱਤੀ ਹੈ। ਆਪਨ ਕਾਮਨਾ ਪੂਰਨ ਕੀਨਸ। ਉਹਦੀ ਮਨੋਕਾਮਨਾ ਪੂਰਨ ਹੋ ਗਈ। ਉਹਨੇ 500 ਮੋਹਰ ਜਿਹੜੀ ਅਰਦਾਸ ਦੀ ਸੁੱਕੀ ਸੀ ਉਹ ਦੇ ਦਿੱਤੀ, ਦਸਵੰਧ ਦੀ ਮਾਇਆ ਦੇ ਦਿੱਤੀ। ਹਮ ਭਰਾਤਾ ਕਿਸ ਬਿਦ ਸੁਰ ਚਾਏ। ਤੇ ਅੱਗੋਂ ਜਿਹੜੀ ਗੱਲ ਹੈ ਸਾਡੀ ਆਪਣੀ ਹੈ, ਅਸੀਂ ਆਪਸ ਵਿੱਚ ਸੋਢੀ ਭਰਾ ਜਿਵੇਂ ਮਰਜ਼ੀ ਕਰੀਏ, ਜਿਵੇਂ ਮਰਜ਼ੀ ਉਹ ਪੈਸਾ ਵੰਡੀਏ, ਜਿਹਨੂੰ ਮਰਜ਼ੀ ਥੋੜਾ ਦਈਏ, ਜਿਹਨੂੰ ਮਰਜ਼ੀ ਜ਼ਿਆਦਾ ਦਈਏ, ਇਹ ਤੇ ਸਾਡੀ ਆਪਣੇ ਘਰ ਦੀ ਗੱਲ ਹੈ। ਬੀਚ ਕੈਨ ਤੇ ਨੈ ਬਨ ਆਏ। ਮੱਖਣ ਸ਼ਾਹ ਦਾ ਹੁਣ ਅਗਲੀ ਗੱਲ ਦੇ ਵਿੱਚ ਸਾਡੇ ਸੋਢੀ ਭਰਾਵਾਂ ਵਿੱਚ ਆਉਣਾ ਇਹ ਬਣਦਾ ਨਹੀਂ ਹੈ। ਜਾਂ ਤੇ ਰੁਚੈ ਮੋਹਿ ਮਨ ਮਾਹੀ। ਇਸ ਵਾਸਤੇ ਮੇਰਾ ਮਨ ਆਖਦਾ ਹੈ ਵੀ ਮੱਖਣ ਸ਼ਾਹ ਸਾਡੀ ਗੱਲ ਵਿੱਚ ਨਹੀਂ ਆਵੇਗਾ। ਦਰਬਸ਼ੀਨ ਕਰ ਆਨ ਪਾਹੀ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਜਿੰਨੀ ਵੀ ਮਾਇਆ ਉਹ ਸਾਰੀ ਮਾਇਆ ਤੁਸੀਂ ਖੋਹ ਕੇ ਲੈ ਆਓ। ਇੰਬ ਸੁਨ ਪੁਨੈ ਮਸੰਦ ਬਖਾਨਾ। ਇਹ ਸੁਣ ਕੇ ਅੱਗੋਂ ਜਿਹੜਾ ਸ਼ੀਆਂ ਮਸੰਦ ਸੀ ਉਹ ਆਖਣ ਲੱਗਾ, ਕਾਰਜ ਕਰਨ ਅਲਪ ਹੀ ਜਾਨਾ। ਵੇਖੋ ਵੀ ਸਿਆਣੇ ਲੋਕ ਆਖਦੇ ਨੇ ਵੀ ਜੇ ਕੋਈ ਕੰਮ ਬਹੁਤ ਛੋਟਾ ਜਿਹਾ ਵੀ ਕਰਨਾ ਹੋਵੇ ਤੋਤ ਸ਼ਾਹੂ ਅਦਕ ਕੋ ਕਰੈ। ਪਰ ਉਹਦੀ ਤਿਆਰੀ ਜਿਹੜੀ ਹੈ ਨਾ, ਤਿਆਰੀ ਛੋਟੀ ਨਹੀਂ ਕਰਨੀ ਚਾਹੀਦੀ, ਤਿਆਰੀ ਬਹੁਤ ਵੱਡੀ ਕਰਨੀ ਚਾਹੀਦੀ ਹੈ। ਜਿਸ ਤੇ ਸਭ ਸੁਖੈ ਨਹੀਂ ਸਰੈ। ਜਿਸ ਕਰਕੇ ਤਿਆਰੀ ਵੱਡੀ ਹੋਵੇ ਨਾ ਤੇ ਕੰਮ ਜਿਹੜਾ ਸੌਖਾ ਹੋ ਜਾਂਦਾ ਹੈ। ਕੋਈ ਵੀ ਕੰਮ ਨਾ ਛੋਟਾ ਨਹੀਂ ਜਾਣਨਾ ਚਾਹੀਦਾ। ਛੋਟੇ ਤੋਂ ਛੋਟੇ ਕੰਮ ਲਈ ਵੀ ਪੂਰੀ ਤਿਆਰੀ ਦੇ ਨਾਲ ਉਹਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੇ ਅਖੇਰ ਮਿਰਗ ਕੇ ਹੋਏ ਤਿਆਰੀ। ਸਿਆਣੇ ਆਖਦੇ ਨੇ ਵੀ ਜੇਕਰ ਕਦੀ ਹਿਰਨ ਦਾ ਸ਼ਿਕਾਰ ਕਰਨ ਲਈ ਜਾਣਾ ਹੋਵੇ, ਕਰੇ ਸਮਾਜ ਸ਼ੇਰ ਕੋ ਭਾਰੇ। ਤੇ ਜਿਹੜਾ ਪ੍ਰਬੰਧ ਹੈ ਨਾ ਉਹ ਸ਼ੇਰ ਦੇ ਸ਼ਿਕਾਰ ਦਾ ਕਰਨਾ ਚਾਹੀਦਾ। ਸ਼ਿਕਾਰ ਕਰਨ ਤੁਰੋ ਹਿਰਨ ਦਾ ਤੇ ਪ੍ਰਬੰਧ ਹੋਵੇ ਸ਼ੇਰ ਦੇ ਸ਼ਿਕਾਰ ਦਾ, ਤਾਂ ਜਾ ਕੇ ਕੰਮ ਪੂਰਾ ਰਾਸ ਆਉਂਦਾ ਹੈ। ਸੋ ਬੁੱਧਵਾਨ ਗਿਨਿਓ ਨਰ ਜਾਏ। ਤੇ ਜਿਹੜਾ ਜਿੰਨਾ ਕੁ ਕੰਮ ਕਰਨਾ ਹੋਵੇ ਨਾ ਤਿਆਰੀ ਉਹਦੇ ਤੋਂ ਜ਼ਿਆਦਾ ਕਰੇ, ਉਹੀ ਬੰਦਾ ਸਿਆਣਾ ਮੰਨਿਆ ਜਾਂਦਾ ਹੈ। ਨਿਜ ਐਸ਼ਵਰਜ ਕੋ ਲੇਹ ਵਧਾਏ। ਉਹੀ ਬੰਦਾ ਆਪਣੇ ਕੰਮ ਦੇ ਵਿੱਚ ਕਾਮਯਾਬ ਸਫਲ ਹੁੰਦਾ। ਦੇਖੋ ਆ ਕਿਸਾਨ ਵੀਰ ਆਏ ਨੇ ਨਾ, ਅੱਜ ਬਹੁਤ ਵੱਡੀ ਸਫਲਤਾ ਵੀ ਹੈ। ਬਹੁਤ ਲੋਕਾਂ ਨੇ, ਕੀ ਹਿੰਦੂ ਕੀ ਮੁਸਲਮਾਨ, ਸਾਰੇ ਲੋਕਾਂ ਨੇ, ਕੀ ਈਸਾਈ ਸਹਿਯੋਗ ਦਿੱਤਾ ਹੈ। ਭਾਰਤ ਬੰਦ ਦਾ ਅੱਜ ਕਾਲ ਸੀ, ਸਾਰਿਆਂ ਨੇ ਸਪੋਰਟ ਕੀਤਾ, ਲੱਗਦੀ ਵਾ। ਤੇ ਉਹ ਤਿਆਰੀ ਵੇਖੋ ਕਿੱਡੀ ਕਰਕੇ ਆਏ ਨੇ। ਗੱਲ ਤੇ ਇਹ ਸੀ ਨਾ ਵੀ ਸੈਂਟਰ ਨਾਲ ਗੱਲਬਾਤ ਕਰਨੀ ਹੈ ਵੀ ਇਹ ਬਿੱਲ ਵਾਪਸ ਕਰੋ, ਗੱਲ ਤੇ ਨਹੀਂ ਸੀ ਨਾ। ਤੇ ਤਿਆਰੀ ਵੇਖੋ, ਤਿਆਰੀ ਉਹ ਏਡੀ ਵੱਡੀ ਕਰਕੇ ਆਏ ਨੇ। ਆਂਦੇ ਵੀ 6-6 ਮਹੀਨੇ ਦਾ ਅਸੀਂ ਰਾਸ਼ਨ ਲੈ ਕੇ ਆਏ ਹਾਂ। ਤੇ ਮੈਂ ਇੱਕ ਵੀਰ ਨੂੰ ਸੁਣ ਰਿਹਾ ਸੀ, ਆਂਦਾ ਵੀ ਨਹੀਂ ਇਹ ਵੀ ਗੱਲ ਝੂਠੀ ਜੇ। ਜਿਹੜੇ ਆਂਦਾ ਨਾ ਵੀ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ, 6 ਮਹੀਨੇ ਅਸੀਂ ਰਵਾਂਗੇ, ਇਹ ਗੱਲ ਝੂਠੀ। ਇਸ ਗੱਲ ਤੇ ਯਕੀਨ ਨਹੀਂ ਕਰਨਾ ਚਾਹੀਦਾ। ਕਿਉਂ ਨਹੀਂ ਕਰਨਾ ਚਾਹੀਦਾ? ਉਹ ਕਹਿੰਦੇ ਵੀ ਪੰਜਾਬੀਆਂ ਦੇ 6 ਮਹੀਨੇ ਨਾ ਬੜੇ ਲੰਬੇ ਹੁੰਦੇ ਨੇ। ਕਿ ਪੰਜਾਬੀਆਂ ਦੇ ਤੁਸੀਂ ਵੇਖੇ ਨਾ, ਤੁਹਾਡੀ ਕੋਈ ਬਾਈਕ ਲੈ ਜਾਏ, ਮੋਟਰਸਾਈਕਲ ਲੈ ਜਾਏ, ਆਖੇ ਬਸ ਇੱਥੇ ਗਿਆ ਤੇ ਹੁਣੇ ਆਇਆ 10 ਮਿੰਟ 'ਚ। ਉਹ 10 ਮਿੰਟ ਕਹਿ ਕੇ ਜਾਵੇ ਨਾ, ਰਾਤ ਤੱਕ ਨਹੀਂ ਮੁੜਦਾ, ਤੁਸੀਂ ਡੀਕਦੇ ਰਹੋ। ਤੇ ਜਿਹੜੇ ਆਖਦੇ ਨਾ 6 ਮਹੀਨੇ ਦਾ,
ਇਹਨਾਂ ਦਾ ਪਤਾ ਨਹੀਂ ਹੈ ਕਦੋਂ ਮੁੜਨਗੇ, ਕਹਿਣ ਨੂੰ ਹੀ 6 ਮਹੀਨੇ, ਏਡੀ ਵੱਡੀ ਤਿਆਰੀ ਹੈ ਇਹਨਾਂ ਦੀ। ਰਾਸ਼ਨ ਦੀ, ਦਾਲ ਪ੍ਰਸ਼ਾਦੇ ਦੀ, ਆਟੇ ਦੀ ਤੇ ਗੱਲ ਕੀ, ਜਿਨ੍ਹਾਂ ਨੇ ਬਦਾਮਾਂ ਦੇ ਲੰਗਰ ਲਾਤੇ ਹੋਣ, ਕਿੱਡੀ ਕੁ ਵੱਡੀ ਤਿਆਰੀ ਹੋਏਗੀ। ਇਸ ਵਾਸਤੇ ਇਹ ਸਿਆਣਪ ਹੈ ਵੀ ਵੱਡਾ ਪ੍ਰਬੰਧ ਕਰਕੇ ਆਉਣਾ। ਨਾ ਉਹਨਾਂ ਨੂੰ ਕਿਤੇ ਮੰਜੇ ਦੀ ਲੋੜ, ਨਾ ਉਹਨਾਂ ਨੂੰ ਬਿਸਤਰੇ ਦੀ ਲੋੜ, ਸਾਰਾ ਕੁਝ ਨਾਲ ਲੈ ਕੇ ਆਏ ਨੇ। ਟਰੈਕਟਰ ਟਰਾਲੀਆਂ ਨਾਲ ਨਹੀਂ, ਬੱਤੀ ਦਾ ਪ੍ਰਬੰਧ। ਇੱਥੋਂ ਤੱਕ ਹੁਣ ਵੇਖੋ ਸਰਕਾਰ ਦੀ ਨੀਅਤ ਵੀ ਉੱਥੇ ਨਾ ਇੰਟਰਨੈਟ ਬੰਦ ਕਰਨ ਵਾਸਤੇ ਜ਼ੈਮਰ ਲਾਏ ਹੋਏ ਨੇ ਵੀ ਇਹਨਾਂ ਦੇ ਨੈਟ ਹੀ ਨਾ ਚੱਲਣ। ਤੇ ਫਿਰ ਕੀ ਕਰ ਲੈਣਗੇ? ਇਹਨਾਂ ਕੁਝ ਕਰਕੇ ਵੀ ਤੁਹਾਡੇ ਰਸਤੇ ਦੇ ਬੈਰੀਅਰ, ਤੁਹਾਡੇ ਪੱਥਰ, ਤੁਹਾਡੀਆਂ ਫੋਰਸਾਂ ਕੁਝ ਨਾ ਕਰ ਸਕੀਆਂ। ਇਹ ਜ਼ੈਮਰ ਕੀ ਕਰਨਗੇ? ਇਹ ਬੜਾ ਵੱਡਾ ਪ੍ਰਬੰਧ ਹੈ। ਔਰ ਪੂਰੇ ਦੇਸ਼ ਦੇ ਕਿਸਾਨ ਲੋਕ ਔਰ ਹਰ ਇੱਕ ਵਰਗ ਦਾ ਬੁੱਧੀਜੀਵੀ ਬੰਦਾ ਜਿਹੜਾ ਸਿਆਣਾ ਹੈ ਉਹ ਨਾਲ ਖਲੋਤਾ ਹੈ, ਉਹ ਨਾਲ ਖਲੋਤਾ ਹੈ। ਇਹਦੇ ਵਿੱਚ ਸਾਡੇ ਪਲੇਅਰ ਆਏ ਨੇ, ਇਹਦੇ ਵਿੱਚ ਸੰਤ ਮਹਾਂਪੁਰਖ ਆਏ ਨੇ, ਇਹਦੇ ਵਿੱਚ ਹਰ ਇੱਕ ਵਰਗ ਦਾ ਬੰਦਾ, ਇਹਦੇ ਵਿੱਚ ਸਿੰਗਰ ਆਏ ਨੇ, ਕਲਾਕਾਰ ਆਏ ਨੇ, ਮਤਲਬ ਜਿਨ੍ਹਾਂ ਨੂੰ ਇਹਦੀ ਸਮਝ ਹੈ। ਔਰ ਜਿਹੜੇ ਮਿੱਟੀ ਨਾਲ ਜੁੜੇ ਹੋਏ ਨੇ ਸਾਰੇ ਆਏ ਨੇ। ਔਰ ਫਿਰ ਹੋਰ ਬੜੀ ਵੱਡੀ ਗੱਲ ਹੋਈ, ਇਹਦੇ ਨਾਲ ਸਾਡਾ ਭਾਈਚਾਰਾ ਵੀ ਬਹੁਤ ਕਾਇਮ ਹੋਇਆ। ਦੇਖੋ ਕਈ ਚੀਜ਼ਾਂ ਹੁੰਦੀਆਂ, ਕਿਉਂਕਿ ਸਿੱਖ ਦੀ ਜਿਹੜੀ ਬਿਰਤੀ ਹੈ ਨਾ ਉਹ ਇਸ ਤਰ੍ਹਾਂ ਦੀ ਹੈ ਵੀ ਸਿੱਖ ਨਾਲ ਕੋਈ ਭਲਾ ਕਰੇ ਤਾਂ, ਸਿੱਖ ਨਾਲ ਕੋਈ ਬੁਰਾ ਕਰੇ ਤਾਂ ਵੀ। ਜੇ ਕੋਈ ਸਿੱਖ ਨਾਲ ਚੰਗਾ ਵਿਹਾਰ ਕਰਦਾ ਨਾ ਸਿੱਖ, ਤਾਂ ਵੀ ਉਹਦਾ ਮੋੜਦਾ ਹੈ ਵੀ ਇਹਨੇ ਮੇਰੇ ਨਾਲ ਚੰਗਾ ਕੀਤਾ, ਮੈਂ ਵੀ ਇਹਦੇ ਨਾਲ ਚੰਗਾ ਕਰਨਾ ਹੈ। ਅਹਿਸਾਨ ਫਰਾਮੋਸ਼ ਨਹੀਂ ਹੁੰਦਾ, ਉਹਦਾ ਅਹਿਸਾਨ ਮੰਨਦਾ। ਤੇ ਸਿੱਖ ਨਾਲ ਕੋਈ ਮਾੜਾ ਕਰਦਾ ਤੇ ਤਾਂ ਵੀ ਸਿੱਖ ਉਹਦੀ ਭਾਜੀ ਜ਼ਰੂਰ ਮੋੜਦਾ। 350 ਸਾਲਾ ਇੱਕ ਉਦਾਹਰਣ ਹੈ। 350 ਸਾਲਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਟਨਾ ਸਾਹਿਬ ਮਨਾਇਆ। ਤੇ ਉਤੋਂ ਦੇ ਮੁੱਖ ਮੰਤਰੀ ਸਾਹਿਬ ਨਤੀਸ਼ ਕੁਮਾਰ ਜੀ ਨੇ ਉਸ ਵੇਲੇ ਜੋ ਸਿੱਖ ਪੰਥ ਦੀ ਸੇਵਾ ਕੀਤੀ, ਜਿਸ ਤਰੀਕੇ ਨਾਲ ਉਹਨਾਂ ਨੇ ਉਹ ਗੁਰਪੁਰਬ ਮਨਾਇਆ, ਪੂਰੇ ਪਟਨਾ ਸ਼ਹਿਰ ਵਿੱਚ ਹੀ ਨਹੀਂ ਬਲਕਿ ਪੂਰੇ ਬਿਹਾਰ ਦੇ ਵਿੱਚ ਜੋ ਪ੍ਰਬੰਧ ਕੀਤਾ, ਤੇ ਪੂਰੀ ਸਿੱਖ ਕੌਮ ਨੇ ਮੰਨਿਆ ਵੀ ਸਾਡੇ ਤੇ ਉਹਨੇ ਜੋ ਕੀਤਾ ਨਾ ਉਹ ਬਹੁਤ ਵੱਡਾ ਉਹਦਾ ਅਹਿਸਾਨ ਹੈ। ਭਾਵੇਂ ਉਹਦੀ ਆਪਣੀ ਸ਼ਰਧਾ ਸੀ, ਪਰ ਉਹਨੇ ਜੋ ਸਾਡੇ ਨਾਲ ਕੀਤਾ ਅਸੀਂ ਇਹ ਕਦੀ ਭੁੱਲਾਂਗੇ ਨਹੀਂ। ਥੋੜੇ ਦਿਨ ਹੀ, ਥੋੜਾ ਸਮਾਂ ਗੁਜ਼ਰਿਆ ਤੇ ਲੋਕਡਾਊਨ ਹੋ ਗਿਆ। ਲੋਕਡਾਊਨ ਦੇ ਵਿੱਚ ਤੁਸੀਂ ਵੇਖਿਆ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਗਏ ਨੇ ਤੁਰ ਕੇ ਯੂਪੀ ਤੇ ਬਿਹਾਰ ਦੇ, ਕਿਤੇ ਵੀ ਕਿਸੇ ਸਿੱਖ ਨੇ ਕਿਸੇ ਬਿਹਾਰੀ ਨੂੰ ਵੇਖਿਆ ਨਾ, ਹਰ ਇੱਕ ਬਿਹਾਰੀ ਦੀ ਸ਼ਕਲ ਦੇ ਵਿੱਚੋਂ ਗੁਰੂ ਦੇ ਸਿੱਖ ਨੂੰ ਨਤੀਸ਼ ਕੁਮਾਰ ਦਿਖਾਈ ਦਿੱਤਾ। ਇਹਨਾਂ ਨੇ ਸਾਡੇ ਨਾਲ ਇਸ ਤਰ੍ਹਾਂ ਕੀਤਾ, ਸਾਡਾ ਫਰਜ਼ ਬਣਦਾ ਸੇਵਾ ਕਰੀਏ। ਕੀ ਢਾਬੇ ਵਾਲਿਆਂ ਨੇ, ਕੀ ਟਰੱਕ ਡਰਾਈਵਰਾਂ ਨੇ, ਕੀ ਰਸਤੇ ਵਿੱਚ, ਕਿਉਂ? ਕਿਉਂਕਿ ਬਿਹਾਰੀ ਸਾਡੇ ਵੀਰ ਨੇ। ਇਹਨਾਂ ਨੇ ਸਾਡੇ ਨਾਲ ਸਾਡੀ ਇੱਜ਼ਤ ਕੀਤੀ ਹੈ, ਸਾਡਾ ਸਤਿਕਾਰ ਕੀਤਾ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੰਨੀ ਚੜ੍ਹਦੀ ਕਲਾ ਦੇ ਨਾਲ ਇਹਨਾਂ ਨੇ 350 ਸਾਲਾ ਮਨਾਇਆ। ਤੇ ਜਿਨ੍ਹਾਂ ਨੇ ਸਾਡੀ ਇੱਜ਼ਤ ਕੀਤੀ ਹੋਵੇ, ਸਾਡਾ ਫਰਜ਼ ਬਣਦਾ ਹੈ ਅਸੀਂ ਉਹਨਾਂ ਦੀ ਸੇਵਾ ਕਰੀਏ। ਹੋਈ ਨਾ? ਮਤਲਬ ਇਹ ਕਿ ਬਿਹਾਰੀ ਵੀਰ ਜਿਹੜੇ ਨੇ ਨਾ ਉਹ ਸਾਡੇ ਭਰਾ ਬਣ ਗਏ। ਪੂਰੇ ਪੰਜਾਬੀਆਂ ਨੇ ਬਿਹਾਰੀ ਵੀਰ ਨੂੰ ਵੇਖ ਕੇ ਕਿਸੇ ਨੂੰ ਨਫ਼ਰਤ ਨਹੀਂ ਹੁੰਦੀ, ਪਿਆਰ ਪੈਦਾ ਹੁੰਦਾ। ਕਿਉਂ? ਨਤੀਸ਼ ਕੁਮਾਰ ਜੀ ਨੇ ਸਾਡੇ ਨਾਲ ਆ ਕੀਤਾ। ਦੂਸਰਾ, ਇਸ ਸਮੇਂ ਫਿਰ ਹਰਿਆਣਾ ਤੇ ਪੰਜਾਬ ਤੁਰਿਆ, ਹਰਿਆਣੇ ਵਾਲੇ ਵੀਰ ਆ ਗਏ ਨਾਲ। ਤੇ ਹਰਿਆਣੇ ਵਾਲਿਆਂ ਨੇ ਕੀ ਆਖਿਆ? ਹਰਿਆਣੇ ਵਾਲਿਆਂ ਨੇ ਆਖਿਆ ਵੀ ਪੰਜਾਬ ਸਾਡਾ ਵੱਡਾ ਭਰਾ ਹੈ ਤੇ ਹਰਿਆਣਾ ਛੋਟਾ ਭਰਾ ਹੈ। ਇਹ ਗੱਲਾਂ ਸਿਰਫ ਅੱਜ ਦੇ ਸਮੇਂ ਲਈ ਕਹਿਣ ਦੀਆਂ ਨਹੀਂ ਵੀ ਅੱਜ ਹੀ ਮੁੱਕ ਜਾਣੀਆਂ ਨੇ। ਇਹਨਾਂ ਗੱਲਾਂ ਨੂੰ ਸਾਡੀਆਂ ਪੀੜ੍ਹੀਆਂ ਤੱਕ, ਸਾਡੇ ਆਉਣ ਵਾਲੀਆਂ ਨਸਲਾਂ ਬੱਚੇ ਯਾਦ ਰੱਖਣਗੇ ਵੀ ਕਿਸੇ ਸਮੇਂ ਪੰਜਾਬ ਨੇ ਜਦੋਂ ਹਿੱਕ ਡਾਹ ਕੇ ਮੋਰਚਾ ਰੰਭਿਆ ਤੇ ਹਰਿਆਣੇ ਨੇ ਛੋਟਾ ਭਰਾ ਬਣ ਕੇ ਨਾਲ ਸਾਥ ਦਿੱਤਾ। ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਲੋਕਾਂ ਦਾ ਇਹ ਭਰਾਤਰੀ ਪਿਆਰ ਵਧੇਗਾ, ਏਕਤਾ ਵਧੇਗੀ, ਪਿਆਰ ਵਧੇਗਾ। ਪੰਜਾਬ ਵਾਲੇ ਨੂੰ ਵੇਖ ਕੇ ਹਰਿਆਣੇ ਵਾਲਾ ਕਿਤੇ ਮੱਥੇ ਤੇ ਵੱਟ ਨਹੀਂ ਪਾਏਗਾ, ਹਰਿਆਣੇ ਵਾਲੇ ਨੂੰ ਵੇਖ ਕੇ ਪੰਜਾਬੀ ਮੱਥੇ ਤੇ ਵੱਟ ਨਹੀਂ ਪਾਏਗਾ। ਕਿਉਂ? ਕਿਉਂਕਿ ਵੀਰਾਂ ਨੇ ਨਾਲ ਸਾਥ ਦਿੱਤਾ। ਉਸ ਤੋਂ ਬਾਅਦ ਫਿਰ ਬਾਕੀ ਸਟੇਟਾਂ ਦੀ ਗੱਲ ਕਰ ਲਈਏ। ਹੁਣ ਯੂਪੀ ਦੇ ਵਿੱਚੋਂ ਹੋਰ ਕਿੱਥੋਂ ਸਾਡੇ ਵੀਰ, ਕਿਸਾਨ ਵੀਰ,
ਰਾਜਸਥਾਨ ਚੋਂ, ਗੁਜਰਾਤ ਦੇ ਵਿੱਚੋਂ, ਕਰਨਾਟਕਾ ਤੱਕ ਤੋਂ ਕਿਸਾਨ ਵੀਰ ਆਏ, ਮਹਾਰਾਸ਼ਟਰ ਚੋਂ ਆਏ, ਜਥੇ ਲੈ ਲੈ ਕੇ ਆਏ। ਕਿਉਂ ਆਏ? ਕਿਉਂਕਿ ਇਹ ਸਾਰੇ ਦੇਸ਼ ਦਾ ਮਸਲਾ ਹੈ। ਤੇ ਜਿਹੜੇ ਜਿਹੜੇ ਵੀ ਆ ਕੇ ਸਹਿਯੋਗ ਦੇ ਰਹੇ ਨੇ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਭੁੱਲ ਜਾਵਾਂਗੇ, ਇਹਨਾਂ ਦਿਨਾਂ ਨੂੰ ਕਦੀ ਨਹੀਂ ਭੁੱਲਾਂਗੇ। ਇਹ ਸਾਡਾ ਪਿਆਰ ਹੋਰ ਵਧੇਗਾ, ਇੱਕ ਦੂਸਰੇ ਦੇ ਨਾਲ ਸਨੇਹ ਹੋਰ ਵਧੇਗਾ। ਤੇ ਜਿਵੇਂ ਜਿਵੇਂ ਅਸੀਂ ਸਾਰੇ ਇਕੱਠੇ ਹੋਵਾਂਗੇ ਨਾ, ਸਾਡਾ ਇੱਕ ਸਟੇਟ ਦਾ ਦੂਸਰੀ ਸਟੇਟ ਨਾਲ ਪ੍ਰੇਮ ਪਿਆਰ ਵਧੇਗਾ, ਸਾਡਾ ਵਿਹਾਰ ਵਧੇਗਾ, ਸਾਡਾ ਉਧਰ ਉਧਰ ਹੀ ਰੁਜ਼ਗਾਰ ਹੋਏਗਾ, ਇੱਕ ਦੂਸਰੇ ਨਾਲ ਲੈਣ ਦੇਣ ਹੋਏਗਾ, ਤੇ ਦੇਸ਼ ਆਪੇ ਤਰੱਕੀ ਕਰੇਗਾ, ਆਪੇ ਤਰੱਕੀ ਕਰੇਗਾ। ਫੁੱਟ ਪਾੜ ਕੇ ਤਰੱਕੀ ਨਹੀਂ ਹੁੰਦੀ, ਗਲੇ ਲੱਗ ਕੇ ਤਰੱਕੀ ਹੁੰਦੀ ਹੈ। ਇੱਧਰ ਗਾਜ਼ੀਪੁਰ ਬਾਰਡਰ ਤੇ ਰਾਤੀ ਹਾਜ਼ਰੀ ਭਰ ਕੇ ਆਏ ਹਾਂ। ਯੂਪੀ ਦੇ ਇਲਾਕੇ ਚੋਂ, ਨਾਨਕ ਮੱਤਾ ਸਾਹਿਬ, ਸਤਾਰਗੰਜ ਤੋਂ, ਸਬਾਜਪੁਰ ਤੋਂ, ਪੂਰਨਪੁਰ ਤੋਂ ਬਹੁਤ ਸਾਰੀਆਂ ਸੰਗਤਾਂ ਆਈਆਂ ਨੇ। ਭੂਰੀ ਵਾਲੇ ਮਹਾਂਪੁਰਖ ਆਏ ਨੇ, ਗੁਰਦੁਆਰਾ ਗੁਰੂ ਕਾ ਲਾਗਰੇ ਵਾਲੇ ਮਹਾਂਪੁਰਖਾਂ ਦਾ ਜਥਾ ਆਇਆ, ਬਾਬਾ ਮਾਨ ਸਿੰਘ ਜੀ ਬੌਠੇ ਵਾਲੇ ਸੰਗਤ ਲੈ ਕੇ ਆਏ ਨੇ, ਨਾਲੇ ਜਥਾ ਆਇਆ ਸਾਰਾ, ਲੰਗਰ ਚੱਲ ਰਹੇ ਨੇ, ਰੋਡ ਤੇ ਬੈਠੇ ਨੇ, ਨਿਤਨੇਮ ਹੋ ਰਿਹਾ, ਗੁਰਬਾਣੀ ਪੜ੍ਹੀ ਜਾ ਰਹੀ ਹੈ, ਸਿਮਰਨ ਹੋ ਰਿਹਾ। ਇਹ ਵੱਡਾ ਪ੍ਰਬੰਧ ਕਰਕੇ ਆਏ ਨੇ, ਵੱਡਾ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਹੱਥ ਜਿਹੜਾ ਨਾ ਉਹ ਬੜਾ ਤਕੜੇ ਥਾਂ ਪਿਆ, ਵੱਡਾ ਪ੍ਰਬੰਧ। ਇਸ ਲਈ ਸਿਆਣੇ ਲੋਕ ਆਖਦੇ ਨੇ ਵੀ ਜੇ ਹਿਰਨ ਦਾ ਸ਼ਿਕਾਰ ਕਰਨਾ ਹੋਵੇ ਤੇ ਪ੍ਰਬੰਧ ਕਰੋ, ਸ਼ੇਰ ਦੇ ਸ਼ਿਕਾਰ ਦਾ ਤਾਂ ਕੰਮ ਰਾਸ ਹੁੰਦਾ। ਇਸ ਲਈ ਜਦੋਂ ਛੋਟਾ ਕੰਮ ਕਰਨ ਵੇਲੇ ਵੀ ਵੱਡਾ ਪ੍ਰਬੰਧ ਕੀਤਾ ਜਾਵੇ ਤਾਂ ਕੰਮ ਰਾਸ ਆ ਜਾਂਦਾ ਹੈ। ਉਦਮ ਕਰਨ ਤੋ ਹੈ ਬਨ ਆਵੇ। ਇਸ ਵਾਸਤੇ ਧੀਰ ਮੱਲ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਣਾ ਚਾਹੀਦਾ। ਇਸ ਵੇਲੇ ਤੈਨੂੰ ਕੋਈ ਤਕੜਾ ਉਦਮ ਕਰਨਾ ਚਾਹੀਦਾ ਹੈ, ਜਿਸ ਤੇ ਗੁਰਤਾ ਉਤਮ ਪਾਵੇਂ। ਜਿਸ ਕਰਕੇ ਤੇਰਾ ਗੁਰਤਾ ਗੱਦੀ ਵਾਲਾ ਜਿਹੜਾ ਠਾਠਾ ਬਾਗਾ ਚੱਲਦਾ ਰਵੇ। ਮਾਰਨ ਉਚਿਤ ਤਿਸੈ ਕੋ ਮਾਰ। ਇਸ ਵਾਸਤੇ ਇਹ ਸਾਰੀਆਂ ਗੱਲਾਂ ਛੱਡ ਕਿ ਉਹਨਾਂ ਕੋਲੋਂ ਪੈਸਾ ਲੈ ਆਈਏ, ਇਸ ਤਰ੍ਹਾਂ ਕਰ ਲਈਏ, ਉਸ ਤਰ੍ਹਾਂ, ਇੱਕੋ ਕੰਮ ਕਰ। ਇਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਪਰ ਵਾਰ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਈਏ। ਬੰਧਨ ਉਚਤ ਕੈਦ ਮੈਂ ਡਰ। ਤੇ ਜਾਂ ਫਿਰ ਉਹਨਾਂ ਦੇ ਹੱਥ ਪੈਰ ਬੰਨ ਕੇ ਆਪਣੇ ਕੋਲ ਲੈ ਆਈਏ, ਉਹਨਾਂ ਨੂੰ ਆਪਣੇ ਇੱਕ ਕਮਰੇ ਦੇ ਅੰਦਰ ਬੰਦ ਕਰ ਦਈਏ। ਤਾ ਪ੍ਰਤਾਪ ਤਬ ਬਦੇ ਬੁਲੰਦ। ਫਿਰ ਜਿਹੜਾ ਤੇਰਾ ਤੇਜ ਪ੍ਰਤਾਪ ਉਹ ਵੱਧਦਾ ਰਹੇਗਾ। ਜਥਾ ਦੂਜ ਤੇ ਪੂਰਨ ਚੰਦ। ਜਿਵੇਂ ਦੂਜ ਦਾ ਚੰਦਰਮਾ ਹੁੰਦਾ ਹੈ, ਦੂਜ ਦੇ ਚੰਦਰਮਾ ਵਾਂਗੂ ਫਿਰ ਤੇਰਾ ਤੇਜ ਪ੍ਰਤਾਪ ਵਧੇਗਾ। ਜੋ ਕਾਰਜ ਬੁੱਧ ਤੇ ਹੋਏ ਆਵੇ। ਜਿਹੜਾ ਕੰਮ ਅਕਲ ਕਰਕੇ, ਸਿਆਣਪ ਕਰਕੇ ਹੋ ਜਾਵੇ, ਤਿਸ ਕੋ ਨਰ ਤਿਸ ਹੀ ਬਿਦ ਪਾਵੇ। ਤੇ ਸਿਆਣੇ ਲੋਕ ਉਸ ਕੰਮ ਨੂੰ ਉਸੇ ਤਰੀਕੇ ਨਾਲ ਹੀ ਕਰਦੇ ਹਨ। ਜੈ ਬਲ ਤੇ ਕਾਰਜ ਸਰ ਜਾਏ। ਤੇ ਜੇਕਰ ਕੋਈ ਕੰਮ ਕੱਲਾ ਅਕਲ ਨਾਲ ਨਾ ਕੰਮ ਆਵੇ, ਅਕਲ ਨਾਲ ਕੋਈ ਕੰਮ ਜਿਹੜਾ ਸਿਰੇ ਨਾ ਚੜੇ, ਨਾ ਰਾਸ ਹੋਵੇ, ਤੇ ਫਿਰ ਤਾਕਤ ਵਰਤਣੀ ਪਵੇ। ਤਹਾਂ ਕਰੇ ਨ ਦੇਰ ਲਗਾਏ। ਉੱਥੇ ਫਿਰ ਤਾਕਤ ਵਰਤਣ ਲੱਗਿਆ ਵੀ, ਬਲ ਵਰਤਣ ਲੱਗਿਆ ਵੀ ਦੇਰ ਨਹੀਂ ਕਰਨੀ ਚਾਹੀਦੀ। ਪਰ ਅਰ ਬੁੱਧ ਦੋਨੋਂ ਤੁਮ ਪਾਮਾਹੇ। ਤੇ ਤੇਰੇ ਕੋਲ ਦੋਨੇ ਚੀਜ਼ਾਂ ਨੇ, ਅਕਲ ਵੀ ਤੇਰੇ ਕੋਲ ਹੈ ਤੇ ਤਾਕਤ ਵੀ ਤੇਰੇ ਕੋਲ ਹੈ। ਦੇਸ਼ ਕਾਲ ਲਖ ਹੈ ਉਤਸ਼ਾਹੀ। ਹਾਂਜੀ, ਦੇਸ਼ ਕਾਲ ਲਖ ਹੋਇ ਉਤਸ਼ਾਹੀ। ਕਿਤੇ ਇਸ ਵਾਸਤੇ ਦੇਸ਼ ਕਾਲ ਲਖ ਵਹਿ ਉਤਸ਼ਾਹੀ। ਇਸ ਵਾਸਤੇ ਹੁਣ ਜਿਹੜਾ ਸਮਾਂ, ਮੌਕਾ, ਥਾਂ, ਵਕਤ ਵਿਚਾਰ ਕੇ ਤੈਨੂੰ ਉਤਸ਼ਾਹ ਭਾਵ ਯਤਨ ਕਰਨਾ, ਉਦਮ ਕਰਨਾ ਚਾਹੀਦਾ ਹੈ। ਅਬ ਮੈਂ ਕਹੂੰ ਕਰੋ ਸੋ ਬਾਤ। ਇਸ ਵਾਸਤੇ ਮੱਖਣ ਸ਼ਾਹ ਆਪਣਾ ਹੁਣ ਧੀਰ ਮੱਲ, ਜੋ ਮੈਂ ਤੈਨੂੰ ਆਖਾਂ ਤੂੰ ਮੇਰੀ ਗੱਲ ਮੰਨ ਕੇ ਉਸੇ ਤਰ੍ਹਾਂ ਹੀ ਕਰ। ਪਾਵੋ ਦਰਬ ਆਪ ਜਿਸ ਭਾਂਤ। ਤੇ ਮੈਂ ਤੈਨੂੰ ਉਹ ਤਰੀਕਾ ਦੱਸਾਂਗਾ ਜਿਸ ਕਰਕੇ ਤੇਰੇ ਕੋਲ ਸੰਗਤ ਆਉਣਗੀਆਂ, ਤੂੰ ਗੁਰੂ ਬਣਿਆ ਰਵੇਂਗਾ। ਪੂਰਨ ਕਰੋ ਆਪਣੀ ਚਾਹੋ। ਜੋ ਤੇਰੀ ਚਾਹ ਹੈ ਨਾ ਵੀ ਮੈਂ ਬਕਾਲੇ ਵਿੱਚ ਸਭ ਤੋਂ ਵੱਡਾ ਗੁਰੂ ਹੋਵਾਂ, ਪੈਸਾ ਤੇਰੇ ਕੋਲ ਆਵੇ, ਸੰਗਤਾਂ ਤੈਨੂੰ ਮੱਥਾ ਟੇਕਣ, ਸ਼ਸਤਰ ਬੰਧਾਵੋ ਜੀ ਭਟ ਪਾਹੋ। ਉਹ ਸਾਰਾ ਕੁਝ ਹੋ ਜਾਏਗਾ। ਮਾਇਆ ਵੀ ਆਏਗੀ, ਧਨ ਵੀ ਆਏਗਾ। ਫਿਰ ਤੂੰ ਆਪਣੀ ਮਨ ਮਰਜ਼ੀ ਦੇ ਨਾਲ ਜੋ ਚਾਹਵੇ ਕਰੀ। ਆਪਣੇ ਕੋਲ ਸ਼ਸਤਰ ਰੱਖੀ, ਤਿਆਰ ਬਰ ਤਿਆਰ ਹੋਵੀਂ, ਵੱਡੇ ਗੁਰੂ ਸਾਹਿਬਾਂ ਵਾਂਗੂ
ਗਤਰੇ ਕਿਰਪਾਨ ਪਾ ਕੇ ਬੈਠੀ। ਰਾਖੋ ਤਹਾਂ ਜਸੂਸ ਲਗਾਏ। ਇਸ ਵਾਸਤੇ ਹੁਣ ਕੁਝ ਜਸੂਸ ਸੂਈਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਭੇਜ ਦਈਏ। ਜਬ ਮੱਖਣ ਤੈ ਤੇ ਉੱਠ ਜਾਏ। ਜਦੋਂ ਮੱਖਣ ਸ਼ਾਹ ਲੁਬਾਣਾ ਆਪਣੇ ਘਰ ਨੂੰ ਭਾਵ ਡੇਰੇ ਨੂੰ ਚਲਿਆ ਜਾਵੇ, ਤਤਛਿਨ ਜਾਏ ਤਹਾਂ ਭਟ ਸਾਰੇ। ਆਪਾਂ ਸਾਰੇ ਉਸ ਵੇਲੇ ਨਾਲ ਦੇ ਸੂਰਮੇ ਲੈ ਕੇ ਉੱਥੇ ਜਾਵਾਂਗੇ। ਲਹਿ ਅਚਾਨਕ ਧਨਵਤ ਭਾਰੇ। ਅਚਾਨਕ ਜਾ ਕੇ ਆਪਾਂ ਹੱਲਾ ਕਰ ਦਿਆਂਗੇ ਤੇ ਜਿਹੜੀ ਵੀ ਮਾਇਆ ਚੜ੍ਹਤ ਚੜਾਵੇ ਦੀ ਹੈ ਸਾਰੀ ਕਾਬੂ ਕਰ ਲਵਾਂਗੇ। ਘਰ ਭਰਾਟ ਪਰ ਹੈ ਤਿਨ ਮਾਹੀ। ਉਸ ਵੇਲੇ ਕੀ ਹੋਏਗਾ? ਉੱਥੇ ਖਰਬਰਾਟ ਹੋ ਜਾਏਗੀ, ਰੌਲਾ ਪੈ ਜਾਏਗਾ। ਤੁਬਕ ਧਾਕ ਹੱਥ ਹੈ ਤਬ ਤਾਹੀ। ਕੁਝ ਉਹਨਾਂ ਦੇ ਸਿੱਖ ਸੇਵਕ ਹੋਣਗੇ, ਕੁਝ ਰੋਕਣਗੇ, ਅਸੀਂ ਖੋਵਾਂਗੇ, ਕੁਝ ਵਿੱਚ ਆਉਣਗੇ, ਆਖਣਗੇ ਨਹੀਂ ਨਹੀਂ ਰਹਿਣ ਦਿਓ, ਇਹ ਕੀ ਹੋ ਗਿਆ, ਉਹ ਕੀ ਹੋ ਗਿਆ। ਇਸੇ ਰੌਲੇ ਗੋਲੇ ਦੇ ਵਿੱਚ ਹੀ ਮੈਂ ਕੀ ਕਰਾਂਗਾ? ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਪਰ ਗੋਲੀ ਚਲਾਵਾਂਗਾ। ਨਿਤ ਕੀ ਕਲਾ ਦੇਹੁ ਮਟਾਏ। ਬਸ ਅੱਜ ਇੱਕ ਦਿਨ ਦਾ ਇਹ ਕੰਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਗੋਲੀ ਚਲਾ ਕੇ ਉਹਨਾਂ ਨੂੰ ਮਾਰ ਕੇ ਰੋਜ਼ ਰੋਜ਼ ਦੀ ਜਿਹੜੀ ਕਲਾ ਹੈ, ਤੇਰਾ ਜਿਹੜਾ ਡਰ ਹੈ, ਉਹ ਖਤਮ ਕਰ ਦਿਆਂਗੇ। ਬੌਰ ਨ ਬੈਠੇ ਆਪ ਪੁਜਾਏ। ਉਸ ਤੋਂ ਬਾਅਦ ਫਿਰ ਵੇਖ ਲਈ ਮੁੱਦਤਾਂ ਗੁਜ਼ਰ ਜਾਣਗੀਆਂ। ਬਕਾਲੇ ਦੇ ਵਿੱਚ ਤੇਰੇ ਸਾਹਮਣੇ ਕੋਈ ਗੁਰੂ ਬਣਨ ਦੀ ਹਿੰਮਤ ਨਹੀਂ ਕਰੇਗਾ। ਇੱਕ ਮਰ ਗਏ ਸਰਬ ਭੈ ਪਾਵੇਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜੇ ਆਪਾਂ ਮਾਰ ਲਿਆ, ਬਾਕੀ ਦੇ ਸਾਰੇ ਗੁਰੂ ਜਿਹੜੇ ਆਪੇ ਡਰ ਜਾਣਗੇ। ਤੁਮ ਸੰਗਤ ਪੁਨਰੇ ਟਿਕ ਆਵੇ। ਤੇ ਆਪੇ ਹੀ ਜਿਹੜੇ ਬਾਕੀ ਨੇ ਉਹ ਡਰਦੇ ਭੱਜ ਜਾਣਗੇ ਜਾਂ ਲੁਕ ਛਿਪ ਜਾਣਗੇ। ਕੋਈ ਵੀ ਤੁਹਾਡੇ ਰਸਤੇ ਦਾ ਰੋੜਾ ਨਹੀਂ ਬਣੇਗਾ। ਸਾਰੀ ਸੰਗਤ ਫਿਰ ਤੁਹਾਡੇ ਕੋਲ ਆਵੇਗੀ। ਚੌਂ ਦਿਸ਼ ਕੀ ਪੂਜਾ ਪੁਨ ਪਾਏ। ਚਾਰ ਛਪੇਰੇ ਦੀਆਂ ਸੰਗਤਾਂ ਤੈਨੂੰ ਆ ਕੇ ਮੱਥਾ ਟੇਕਣਗੀਆਂ। ਲੇਹੁ ਬਾਹਨੀ ਬਰਿੰਦ ਬਣਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਾਂਗੂ ਫਿਰ ਤੂੰ ਵੀ ਆਪਣੀ ਫੌਜ ਬਣਾਵੀਂ। ਛਤਰ ਸਹੰਸਰ ਜੁਤ ਛੋ ਲਛ। ਤੇ ਹੁਣ ਤੇਰੇ ਕੋਲ ਜਦੋਂ ਮਾਇਆ ਆਏਗੀ 1000 2000 10,000 ਕਈ ਲੱਖ ਰੁਪਈਆ ਆ ਜਾਏਗਾ। ਆਏ ਦਰਬ ਨ ਰਹਿ ਪ੍ਰਸ਼ਪਸ਼। ਇਹਦੇ ਵਿੱਚ ਕੋਈ ਗੱਲ ਲੁਕੀ ਛਿਪੀ ਨਹੀਂ। ਜਦੋਂ ਤੂੰ ਇੱਥੇ ਕੱਲਾ ਗੁਰੂ ਬਣ ਕੇ ਬੈਠੇਗਾ ਤੇ ਮਾਇਆ ਤੇ ਆਵੇਗੀ ਹੀ। ਕਰੂ ਖਰੀਦ ਅਸਵ ਸਮਦਾਏ। ਫਿਰ ਗੁਰੂ ਹਰਗੋਬਿੰਦ ਮਹਾਰਾਜ ਜੀ ਵਾਂਗੂ ਚੰਗੇ ਚੰਗੇ ਕੀਮਤੀ ਘੋੜੇ ਖਰੀਦ ਕੇ ਰੱਖੀ। ਚੜੂ ਸੈਨ ਜੁਤ ਆਪ ਸੁਹਾਏ। ਨਾਲ ਆਪਣੀ ਫੌਜ ਦੇ ਸਮੇਤ ਘੋੜਿਆਂ ਦੀ ਸਵਾਰੀ ਕਰੀ। ਰੁਚਰਮ ਤੰਗ ਕਰੂ ਉਸਵਾਰੀ। ਆਪਣੇ ਵਾਸਤੇ ਬਹੁਤ ਚੰਗਾ ਕੀਮਤੀ ਹਾਥੀ ਵੀ ਖਰੀਦਾਂਗੇ। ਮੇਘ ਅਡੰਬਰ ਪਾਈ ਚੰਗਾਰੇ। ਉਹਦੇ ਉੱਪਰ ਬਹੁਤ ਉੱਚੀ ਸੋਹਣੀ ਕਾਠੀ ਛਤਰ ਵਾਲੀ ਪਾ ਕਰਕੇ। ਛਿਤ ਮੈਂ ਤੁਮਰੋ ਸ਼ਾਹੀ ਪ੍ਰਤਾਪ। ਤੇ ਫਿਰ ਵੇਖੀ ਚਾਰ ਛਫੇਰੇ ਤੇਰਾ ਤੇਜ ਪ੍ਰਤਾਪ ਛਾ ਜਾਵੇਗਾ। ਡਰੇ ਭਰਾਤ ਟਿਕ ਆਵੇਂ ਆਪ। ਤੇ ਜਿਹੜੇ ਹੋਰ ਸੋਢੀ ਭਰਾ ਨੇ ਉਹ ਵੀ ਸਾਰੇ ਆ ਕੇ ਤੈਨੂੰ ਗੁਰੂ ਮੰਨਣਗੇ। ਕੋਈ ਵੀ ਕੋਈ ਪ੍ਰੇਮ ਕਰਕੇ, ਕੋਈ ਡਰ ਕੇ, ਕੋਈ ਪੈਸੇ ਦੇ ਜ਼ੋਰ ਤੋਂ ਦਬ ਕੇ ਤੇਰੇ ਅੱਗੇ ਕੋਈ ਬੋਲੇਗਾ ਨਹੀਂ। ਤੁਰ ਕੇ ਸ਼ਰਸੋਂ ਸੰਧ ਕਰੀਜੈ। ਤੇ ਫਿਰ ਵੱਡੀ ਗੱਲ ਹੈ ਔਰੰਗਜ਼ੇਬ ਦੀ। ਔਰੰਗਜ਼ੇਬ ਦੇ ਨਾਲ ਆਪਾਂ ਤੇਰਾ ਮੇਲ ਜੋਲ ਵਧਾਵਾਂਗੇ। ਵਸਤ ਮੋਲੀ ਵਸਤੂ ਦੇ ਦੀਜੈ। ਇੱਕ ਵਾਰ ਜਾ ਕੇ ਔਰੰਗਜ਼ੇਬ ਨੂੰ ਕੋਈ ਕੀਮਤੀ ਵਸਤੂ ਭੇਟਾ ਦੇ ਕੇ ਉਹਨੂੰ ਮਿਲ ਲਵੀਂ। ਤਿਸ ਅਨੁਸਾਰ ਹੋਏ ਕਰ ਨੀਤ। ਤੇ ਆਪਾਂ ਇਹ ਆਖਣਾ ਵੀ ਬਾਦਸ਼ਾਹ ਔਰੰਗਜ਼ੇਬ ਆਪਾਂ ਤੇਰੇ ਅਨੁਸਾਰ। ਇਥੋਂ ਤੱਕ ਇਹ ਗਿਰ ਗਿਆ। ਦੇਖੋ ਸ਼ੀਹਾਂ ਮਸੰਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰਨਾ ਚਾਹੁੰਦਾ ਹੈ। ਇਸ ਝੂਠੇ ਧੀਰਮਲ ਨੂੰ ਸੱਚਾ ਗੁਰੂ ਬਣਾਉਣਾ ਚਾਹੁੰਦਾ ਹੈ। ਸੰਗਤਾਂ ਕੋਲ 10 ਨੌਵਾਂ ਦੀ ਕਿਰਤ ਕਮਾਈ ਦੀ ਜਿਹੜੀ ਮਾਇਆ ਹੈ, ਖੂਨ ਪਸੀਨੇ ਦੀ ਕਮਾਈ ਦੀ, ਉਹ ਹੜਪਣਾ ਚਾਹੁੰਦਾ ਹੈ। ਇਹ ਕੁਝ ਕਰਨ ਵਾਸਤੇ ਇਹ ਦੁਸ਼ਟ ਨੂੰ ਔਰੰਗਜ਼ੇਬ ਪਾਪੀ ਦੀ ਗੁਲਾਮੀ ਵੀ ਮਨਜ਼ੂਰ ਹੈ। ਵੀ ਧੀਰਮਲ ਆਪਾਂ ਔਰੰਗਜ਼ੇਬ ਨੂੰ ਆਖਾਂਗੇ
ਵੀ ਅਸੀਂ ਹਮੇਸ਼ਾ ਤੇਰੀ ਆਗਿਆ ਵਿੱਚ ਰਵਾਂਗੇ, ਤੇਰੇ ਗੁਲਾਮ ਬਣ ਕੇ ਰਵਾਂਗੇ। ਅਪਰ ਕਰੋ ਜਿਮ ਭਾਵਤ ਚੀਤ, ਤੇ ਬਸ ਫਿਰ ਕੀ ਹੈ, ਫਿਰ ਜੋ ਤੇਰੇ ਮਨ ਵਿੱਚ ਆਵੇ ਕਰੀ। ਕੌਣ ਹੈ ਜੋ ਤੈਨੂੰ ਰੋਕ ਸਕੇਗਾ? ਨਿਚਕੰਟਕ ਤੁਮ ਹੈ ਕਰ ਫੇਰੀ, ਇਸ ਵੇਲੇ ਬਸ ਇੱਕੋ ਹੀ ਤੇਰੇ ਰਸਤੇ ਦਾ ਰੋੜਾ ਹੈ, ਤੇਰੇ ਪੈਰ ਦਾ ਕੰਡਾ ਹੈ। ਭੋਗੋ ਮਾਇਆ ਸੋਜ ਕਨੇਰੀ, ਬਸ ਉਹ ਕੰਡਾ ਜੇ ਨਿਕਲ ਜਾਵੇ ਤੇ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਵੀਂ। ਸ਼੍ਰੀ ਨਾਨਕ ਪ੍ਰਤਾਪ ਬਸਾਲਾ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਸੀ। ਚੌਂ ਦਿਸ਼ ਸੇਤਨ ਸਿੱਖੀ ਚਾਲਾ, ਚਾਰ ਚਫੇਰੇ ਤੋਂ ਸਿੱਖ ਸੰਗਤਾਂ ਆਉਂਦੀਆਂ ਸਨ। ਅਦਕ ਅਜਾਇਬ ਵਸਤੂ ਲਿਆਵੇਂ, ਅਨੇਕ ਤਰ੍ਹਾਂ ਦੀ ਕੀਮਤੀ ਵਸਤੂ ਜਿਵੇਂ ਗੁਰੂ ਘਰ ਵਿੱਚ ਪਹਿਲਾਂ ਤੋਂ ਆਉਂਦੀ ਸੀ, ਹੁਣ ਵੀ ਉਹ ਸਾਰੀ ਮਾਇਆ ਤੇ ਕੀਮਤੀ ਵਸਤੂਆਂ ਆਉਣਗੀਆਂ। ਸਕਲ ਆਨ ਤੁਮ ਕੋ ਅਰ ਪਾਵੇ, ਸਾਰੇ ਲੋਕ ਮਾਇਆ ਲਿਆ ਕੇ ਤੈਨੂੰ ਮੱਥਾ ਟੇਕਣਗੇ। ਭਰੈ ਖਜ਼ਾਨੇ ਮਾਇਆ ਸਾਥ, ਤੇ ਫਿਰ ਵੇਖ ਲਈ ਜਦੋਂ ਚਾਰ ਚਫੇਰੇ ਤੋਂ ਪੈਸਾ ਆਇਆ ਨਾ, ਤੇਰੇ ਤੇ ਖਜ਼ਾਨੇ ਭਰ ਜਾਣਗੇ ਮਾਇਆ ਨਾਲ। ਨਰਨ ਹਜ਼ਾਰ ਬਨ ਹੈ ਨਾਥ, ਤੇ ਹਜ਼ਾਰਾਂ ਲੋਕ ਜਿਹੜੇ ਨੇ ਤੇਰੇ ਅਨਿਆਈ ਹੋ ਜਾਣਗੇ, ਤੇਰੇ ਸੇਵਕ ਬਣ ਜਾਣਗੇ। ਇਸ ਕੋ ਮਾਰਨ ਹੀ ਬਨ ਆਵੇ, ਇਸ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰਨਾ ਹੀ ਚਾਹੀਦਾ। ਜੇ ਇਹ ਸਾਰਾ ਕੁਝ ਤੂੰ ਚਾਹੁੰਦਾ ਹੈ ਨਾ, ਤੇਰੇ ਕੋਲ ਪੈਸਾ ਬਹੁਤ ਹੋਵੇ, ਤੇਰੇ ਵਰਗਾ ਕੋਈ ਹੋਰ ਗੁਰੂ ਨਾ ਹੋਵੇ, ਹਾਥੀ ਘੋੜੇ ਹੋਣ, ਐਸ਼ਵਰਜ ਹੋਵੇ, ਲੱਖਾਂ ਲੋਕ ਤੇਰੇ ਅਨਿਆਈ ਹੋਣ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੌਤ ਦੇ ਘਾਟ ਉਤਾਰ ਦੇ। ਨਾਹੀਂ ਤਾਂ ਇਹ ਕੰਟਕ ਵੱਧ ਜਾਵੇ, ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਅੱਜ ਦਾ ਪੈਰ ਵਿੱਚ ਖੁੱਭਿਆ ਹੋਇਆ ਕੰਡਾ ਜਿਹੜਾ ਨਾ, ਇਹ ਤੇਰੇ ਲਈ ਨਾਸੂਰ ਬਣ ਜਾਵੇਗਾ। ਇਮ ਮਸੰਦ ਨੇ ਮਸਲਤ ਦੀਨਸ, ਜਦੋਂ ਸ਼ੀਹੇ ਮਸੰਦ ਪਾਪੀ ਨੇ ਧੀਰਮਲ ਨੂੰ ਇਹ ਸਲਾਹ ਦਿੱਤੀ, ਧੀਰ ਮਲ ਨੇ ਮਾਨਸ ਲੀਨਸ, ਧੀਰਮਲ ਨੇ ਉਸ ਵੇਲੇ ਇਹ ਸਲਾਹ ਮੰਨੀ ਹੈ। ਤੂਸ਼ਨ ਠਾਨ ਵਿਚਾਰਨ ਲੱਗਾ, ਤੇ ਮਨ ਵਿੱਚ ਨਾ ਚੁੱਪ ਕਰ ਗਿਆ ਤੇ ਮਨ ਵਿੱਚ ਸੋਚਣ ਲੱਗਾ। ਕਇਆ ਕਰਤਬ ਮੋਏ ਹਿਤ ਪਾਗਾ, ਆਖਣ ਲੱਗਾ ਵੀ ਇਹ ਜੋ ਕਹਿ ਰਹੇ ਆਪਣੀ ਥਾਂ ਤੇ ਠੀਕ ਹੈ, ਪਰ ਮੈਂ ਵੀ ਤੇ ਵੇਖਾਂ ਨਾ ਵੀ ਮੈਨੂੰ ਕੀ ਕਰਨਾ ਚਾਹੀਦਾ, ਮੇਰਾ ਕਰਤੱਵ ਕੀ ਹੈ ਇਸ ਵੇਲੇ। ਕੀ ਇਹਦੀ ਗੱਲ ਮੈਨੂੰ ਮੰਨਣੀ ਚਾਹੀਦੀ ਹੈ ਤੇ ਜਾਂ ਕੋਈ ਹੋਰ ਰਸਤਾ ਕੱਢੀਏ। ਮਾਰਨ ਮੰਤਰ ਕੈਦ ਜੋ ਇਹ, ਤੇ ਫਿਰ ਧੀਰਮਲ ਸੋਚਦਾ ਵੀ ਜੋ ਛੀਹਾਂ ਮਸੰਦ ਗੱਲਾਂ ਆਖਦਾ ਬਾਕੀ ਤੇ ਸਭ ਠੀਕ ਹੈ, ਪਰ ਜਿਹੜਾ ਇਹ ਆਖਦਾ ਨਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੌਤ ਦੇ ਘਾਟ ਉਤਾਰ ਦਈਏ, ਮਾਰ ਦਈਏ, ਮੁਝ ਕੋ ਨੀਕੋ ਲਗੇ ਨਾ ਕਹੀ, ਇਹ ਗੱਲ ਜਿਹੜੀ ਹੈ ਮੈਨੂੰ ਠੀਕ ਨਹੀਂ ਲੱਗ ਰਹੀ। ਪਿਤਾ ਭਰਾਤ ਹਮਰੋ ਸੋ ਅਹੈ, ਕਿਉਂਕਿ ਇਹ ਤੇ ਸਾਡੀ ਰਿਸ਼ਤੇਦਾਰੀ ਬਣਦੀ ਹੈ। ਮੇਰੇ ਪਿਤਾ ਜੀ ਬਾਬਾ ਗੁਰਦਿੱਤਾ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬਾ ਗੁਰਦਿੱਤਾ ਜੀ ਦੇ ਭਰਾ, ਇਸ ਵਾਸਤੇ ਮੇਰੇ ਸਕੇ ਚਾਚਾ ਜੀ ਲੱਗਦੇ ਹਨ। ਤੇਗ ਬਹਾਦਰ ਆਖੇ ਕਹੈ, ਤੇ ਸਾਰੇ ਲੋਕ ਵੀ ਸਾਡੇ ਪਰਿਵਾਰ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਮੇਂ ਤੋਂ ਸਾਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬੜਾ ਸਤਿਕਾਰ ਕਰਦੇ ਨੇ। ਦੋਸ਼ ਨਹੀਂ ਕੁਛ ਤਿਸਨੇ ਕੀਨਾ, ਤੇ ਇਹਨਾਂ ਨੇ ਤੇ ਕੋਈ ਗਲਤੀ ਨਹੀਂ ਕੀਤੀ, ਕਿਸੇ ਨਾਲ ਕੋਈ ਬੋਲ ਵਿਗਾੜ ਨਹੀਂ ਕੀਤਾ, ਕੋਈ ਗੁਨਾਹ ਨਹੀਂ ਕੀਤਾ। ਇਹਨਾਂ ਦਾ ਤੇ ਸੁਭਾਅ ਹੀ ਬੜਾ ਠੰਡਾ ਧੀਰਾ ਹੈ। ਮਸਤ ਸੁਭਾਵ ਬਿਹਾਰ ਬਹੀਨਾ, ਇਹਨਾਂ ਦਾ ਸੁਭਾਅ ਬੜਾ ਮਸਤ ਹੈ, ਕਿਸੇ ਨਾਲ ਕੋਈ ਲੈਣ ਨਹੀਂ ਦੇਣ ਨਹੀਂ, ਕਿਸੇ ਨਾਲ ਕਦੀ ਇਹਨਾਂ ਨੇ ਮਾੜਾ ਸ਼ਬਦ ਨਹੀਂ ਬੋਲਿਆ, ਕਿਸੇ ਦੇ ਕਦੀ ਘਰ ਨਹੀਂ ਗਏ, ਕਿਸੇ ਦੀ ਨਿੰਦਿਆ ਨਹੀਂ, ਕਿਸੇ ਦੀ ਚੁਗਲੀ ਨਹੀਂ, ਕੋਈ ਵੀ ਇੱਕ ਮਾੜਾ ਗੁਣ ਜਿਹਨੂੰ ਆਪਾਂ ਅਵਗੁਣ ਕਹਿ ਲਈਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿੱਚ ਨਹੀਂ ਹੈ। ਨਹੀਂ ਪਰਸ ਪਰ ਬੋਲ ਬਕਾਹੋ, ਤੇ ਨਾ ਹੀ ਮੇਰੇ ਨਾਲ ਉਹਨਾਂ ਨੇ ਕੁਝ ਮਾੜਾ ਕੀਤਾ, ਜਾਂ ਤੇ ਹੋਵੇ ਨਾ ਉਹਨਾਂ ਮੈਨੂੰ ਕੁਝ ਮਾੜਾ ਬੋਲਿਆ ਹੋਵੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਿੰਨਾ ਸਮਾਂ ਹੋਇਆ ਜੋਤੀ ਜੋਤ ਸਮਾਏ, ਮੈਂ ਇੱਥੇ ਗੁਰਤਾ ਗੱਦੀ ਲਾ ਕੇ ਬੈਠਾ, ਗੁਰੂ ਬਣ ਕੇ ਬੈਠਾ। ਕਿਸੇ ਹੋਰ ਨੇ ਭਾਵੇਂ ਵਿਰੋਧ ਕੀਤਾ ਹੋਵੇ ਨਾ ਕੀਤਾ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਨੇ ਤਾਂ ਨਹੀਂ ਕੀਤਾ। ਜਦੋਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੇ ਸਭ ਤੋਂ ਪੁਰਾਣੇ ਨੇ। ਅਸੀਂ ਤੇ ਹੁਣ ਆਏ ਆ ਕਰਤਾਰਪੁਰ ਤੋਂ ਚੱਲ ਕੇ, ਇਹਨਾਂ ਨੂੰ ਇੱਥੇ 26 ਸਾਲ ਹੋ ਗਏ ਨੇ ਬੈਠੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੇ ਇੱਕ ਵਾਰ ਨਹੀਂ ਆਖਿਆ ਵੀ ਧੀਰਮਲ ਤੂੰ ਕਿਉਂ ਆਇਆ, ਤੂੰ ਕਿਉਂ ਝੂਠਾ ਗੁਰੂ ਬਣਿਆ, ਤੂੰ ਕਿਉਂ ਡੇਰਾ ਲਾਇਆ। ਮੇਰੇ ਨਾਲ ਵੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਤਲਖੀ ਦਾ, ਕੋਈ ਗੁੱਸੇ ਦਾ,
ਕੋਈ ਹੋਰ ਮਾੜਾ ਕਦੀ ਕੋਈ ਬੋਲ ਨਹੀਂ ਬੋਲਿਆ। ਸਦਾ ਰਹੇ ਬੈਠਿਓ ਘਰ ਮਾਹੂ, ਉਹ ਤੇ ਹਮੇਸ਼ਾ ਆਪਣੇ ਘਰ ਵਿੱਚ ਚੁੱਪ ਕਰਕੇ ਬੈਠੇ ਰਹਿੰਦੇ ਹਨ। ਭੂ ਮਸੰਦ ਤਿਸ ਹੱਥ ਨੇ ਕੇਰਾ, ਇਸ ਵਾਸਤੇ ਸ਼ੀਏ ਮਸੰਦ ਤੇਰੀ ਬਾਕੀ ਜਿਹੜੀ ਵਿਚਾਰ ਸਲਾਹ ਹੈ ਬਿਲਕੁਲ ਠੀਕ ਹੈ, ਪਰ ਜੋ ਤੂੰ ਆਖਦਾ ਨਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੋਲੀ ਮਾਰ ਦਈਏ, ਨੈ ਉਤਸ਼ਾਹ ਹੋਤ ਹੈ ਮੇਰਾ, ਇਹ ਜਿਹੜੀ ਗੱਲ ਮੈਨੂੰ ਕੁਝ ਜੱਚਦੀ ਨਹੀਂ, ਠੀਕ ਨਹੀਂ ਲੱਗਦੀ। ਅਪਰ ਬਾਤ ਤੈ ਜਥਾ ਬਖਾਨੀ, ਬਾਕੀ ਸਾਰੀਆਂ ਗੱਲਾਂ ਤੇਰੀਆਂ ਮੰਨ ਲਈਆਂ, ਕਿਉਂਕਿ ਇੱਕ ਤੇ ਸਕੀ ਰਿਸ਼ਤੇਦਾਰੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਮੇਰੇ ਚਾਚਾ ਜੀ ਲੱਗਦੇ ਨੇ। ਦੂਸਰਾ, ਉਹਨਾਂ ਨੇ ਕਦੀ ਮੇਰੇ ਨਾਲ ਕੋਈ ਮਾੜੀ ਨਹੀਂ ਕੀਤੀ। ਫਿਰ ਸਾਡੀ ਸਾਰੀ ਸੋਢੀ ਬੰਸ ਦੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ। ਉਹਨਾਂ ਦੀ ਤੇ ਸ਼ੋਭਾ ਬੜੀ ਹੈ, ਉਹਨਾਂ ਦੇ ਵਿੱਚ ਗੁਣ ਬੜੇ ਨੇ, ਧੀਰਜ ਹੈ, ਦਇਆ ਹੈ, ਧਰਮ ਹੈ, ਸਤ ਸੰਤੋਖ ਹੈ। ਸੋ ਤੋ ਕਰਨੀ ਬਨੇ ਮਹਾਨੀ, ਇਸ ਵਾਸਤੇ ਸ਼ੀਏ ਮਸੰਦ ਬਾਕੀ ਜੋ ਕੁਝ ਤੂੰ ਕਰਨਾ ਚਾਹੁੰਦਾ ਕਰ ਲੈ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰਨ ਵਾਲੀ ਗੱਲ ਨਾ ਕਹੇ। ਸੁਭਾਟ ਸਨਦ ਬੰਦ ਕੋ ਕਰਕੇ, ਆਪਣੇ ਨਾਲ ਤਿਆਰ ਬਰ ਤਿਆਰ ਸੂਰਮੇ ਯੋਧੇ ਲੈ ਜਾ, ਜਾਹੋ ਤਾਂ ਤੂੰ ਧੀਰਜ ਧਰ ਕੇ, ਤੇ ਬੜੀ ਧੀਰਜ ਦੇ ਨਾਲ ਹੌਸਲੇ ਦੇ ਨਾਲ ਗੁਰੂ ਮਹਾਰਾਜ ਜੀ ਦੇ ਕੋਲ ਜਾ। ਸਰਬ ਉਪਾਇਨ ਦਰਬ ਸਮੇਤਾ, ਉਸ ਵੇਲੇ ਜਿੰਨੀ ਵੀ ਮਾਇਆ ਉਹਨਾਂ ਦੇ ਕੋਲ ਚੜ੍ਹਤ ਚੜਾਵੇ ਦੀ ਤੂੰ ਵੇਖੇਂਗਾ, ਬਿਨਾ ਅਲਮ ਹਰ ਲਿਓ ਹੈ ਜੀਤਾ, ਉਹ ਸਾਰੀ ਮਾਇਆ ਇਕੱਠੀ ਕਰਕੇ ਤੂੰ ਲੈ ਆਵੀਂ। ਤੁਮਕੋ ਵਰਜਨ ਹਾਰ ਨ ਕੋਈ, ਤੇ ਧੀਰਮਲ ਕਹਿ ਰਿਹਾ ਹੈ ਵੀ ਛੇ ਮਸੰਦ ਤੈਨੂੰ ਕਿਸੇ ਨੇ ਵੀ ਰੋਕਣਾ ਨਹੀਂ। ਦੋ ਗੱਲਾਂ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪੈਸੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ, ਉਹਨਾਂ ਨੂੰ ਕੋਈ ਮੋਹ ਨਹੀਂ ਪੈਸੇ ਦਾ, ਮਾਇਆ ਦਾ ਕੋਈ ਮੋਹ ਨਹੀਂ। ਉਹਨਾਂ ਨੇ ਤੈਨੂੰ ਮਨਾ ਹੀ ਨਹੀਂ ਕਰਨਾ। ਜੇ ਕੋਈ ਹੋਰ ਰੋਕੇਗਾ ਵੀ ਨਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖ ਦੇਣਾ ਨਾ ਨਾ ਰੋਕੋ, ਨਾ ਲੈ ਜਾਓ, ਇਹਨੂੰ ਖੜਨ ਦਿਓ, ਕਿਉਂਕਿ ਉਹਨੂੰ ਪਤਾ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੂੰ ਕੀਤੀ ਸੀ ਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰੱਤੀ ਭਰ ਵੀ ਆਪਣੇ ਪਿਤਾ ਦੇ ਨਾਲ ਕੋਈ ਰੋਸ ਨਹੀਂ ਸੀ ਕੀਤਾ ਵੀ ਮਹਾਰਾਜ ਮੈਨੂੰ ਤੁਸੀਂ ਨਹੀਂ ਦਿੱਤੀ ਗੁਰਤਾ ਗੱਦੀ, ਨਾ ਕੁਝ ਨਹੀਂ ਕਿਹਾ। ਬਾਬਾ ਸੂਰਜਮਲ ਜੀ ਨੂੰ ਜਦੋਂ ਇਹ ਬਖਸ਼ਿਸ਼ ਕੀਤੀ ਤੇਰਾ ਪਰਿਵਾਰ ਬੜਾ ਵੱਡਾ ਹੋਏਗਾ, ਤੇਰੀ ਐਸ਼ਵਰਜ ਵਧੇਗੀ, ਤਾਂ ਵੀ ਇਹਨਾਂ ਨੇ ਕੋਈ ਗੱਲ ਨਾ ਕੀ ਵੀ ਮਹਾਰਾਜ ਮੈਨੂੰ ਕੀ ਦਿੱਤਾ, ਜੇ ਕੋਈ ਬਚਨ ਨਾ ਕੀਤਾ। ਮਾਤਾ ਜੀ ਨੇ ਆਖਿਆ ਸੀ ਵੀ ਮਹਾਰਾਜ ਮੇਰਾ ਪੁੱਤਰ, ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਖਿਆ ਸੀ ਸਮਾਂ ਆਏਗਾ ਸਾਰਾ ਕੁਝ ਹੋ ਜਾਏਗਾ, ਸਮਾਂ ਆਏਗਾ ਗੁਰਤਾ ਗੱਦੀ ਪ੍ਰਾਪਤ ਹੋਏਗੀ, ਉਦੋਂ ਤੱਕ ਤੁਸੀਂ ਬਕਾਲੇ ਜਾ ਕੇ ਭਾਈ ਮੇਰੇ ਦੇ ਘਰ ਵਸੋ। ਤੇ ਇਹ ਚੁੱਪ ਕਰਕੇ ਗੁਰੂ ਪਿਤਾ ਦਾ ਹੁਕਮ ਮੰਨ ਕੇ ਇੱਥੇ ਆ ਗਏ। ਇਹਨਾਂ ਕੋਈ ਇਤਰਾਜ਼ ਨਹੀਂ ਕੀਤਾ। ਜਿੱਦਣ 7ਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਆਪਣੇ ਛੋਟੇ ਸੁਪੁੱਤਰ ਨੂੰ ਦਿੱਤੀ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਦੋਂ ਕੋਈ ਇਤਰਾਜ਼ ਨਾ ਕੀਤਾ ਵੀ ਇਹਨਾਂ ਦੀ ਤੇ ਉਮਰ ਬੜੀ ਛੋਟੀ ਹੈ, ਮੈਂ ਗੁਰੂ ਘਰ ਦੇ ਵਿੱਚ ਵੱਡਾ ਹਾਂ, ਮੈਂ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਸੁਪੁੱਤਰ ਹਾਂ, ਗੁਰਤਾ ਗੱਦੀ ਮੈਨੂੰ ਦਿਓ ਨਾ। ਉਹਨਾਂ ਕੋਈ ਗੱਲ ਨਹੀਂ ਆਖੀ। ਇਹਨਾਂ ਦੇ ਸੁਭਾਅ ਕਰਕੇ, ਇਹਨਾਂ ਦੇ ਗੁਣਾਂ ਕਰਕੇ ਸਾਰੀ ਸੋਢੀ ਵੰਸ਼ ਦੇ ਵਿੱਚ ਇਹਨਾਂ ਦੀ ਬੜੀ ਸ਼ੋਭਾ ਹੈ। ਤੇ ਐਸੇ ਧੀਰਜਵਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਹੋ ਜਿਹਾ ਕੰਮ ਕਰਨਾ ਵੀ ਗੋਲੀ ਮਾਰ ਦਿਓ ਤੇ ਜਾਨ ਤੋਂ ਮਾਰ ਦਿਓ, ਨਾ ਬਈ ਇਹ ਕੰਮ ਠੀਕ ਨਹੀਂ। ਇਸ ਵਾਸਤੇ ਧੀਰਮਲ ਇਹ ਵਿਚਾਰ, ਇਹ ਸੋਚ ਤੂੰ ਤਿਆਗ ਦੇ। ਨਿਰਭੈ ਜਾਇ ਕਰ ਅਨਸੂਈ, ਧੀਰਮਲ ਕਹਿ ਰਿਹਾ ਛੇ ਮਸੰਦ ਨੂੰ ਵੀ ਤੂੰ ਜਾ ਕੇ ਪੈਸੇ ਲੈ ਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੈਨੂੰ ਰੋਕਣਾ ਨਹੀਂ। ਬਾਕੀ ਜਿਹੜੇ ਹੋਰ ਹੋਣਗੇ ਉਹ ਵੈਸੇ ਆਪਣੇ ਤੋਂ ਡਰਦੇ ਨੇ, ਕਿਸੇ ਨੇ ਵੀ ਤੈਨੂੰ ਮਨਾ ਨਹੀਂ ਕਰਨਾ। ਜਬ ਮੱਖਣ ਗਮਨੈ ਨਿਜ ਡੇਰੇ, ਜਦੋਂ ਜਾ ਕੇ ਮੌਕਾ ਵੇਖ ਮੱਖਣ ਚ ਆਪਣੇ ਡੇਰੇ ਚਲਿਆ ਜਾਵੇ। ਨਰਨ ਭੀਰ ਹੋਵੇ ਨਾ ਨੇਰੇ, ਜਦੋਂ ਉਹਨਾਂ ਦੇ ਕੋਲ ਕੋਈ ਵੀ ਹੋਰ ਨਹੀਂ ਹੋਏਗਾ। ਦਿਨ ਮਧਿਆਨ ਕਾਲ ਜਬ ਆਵੇ, ਤੇ ਜਦੋਂ ਦੁਪਹਿਰ ਦਾ ਸਮਾਂ ਹੋਵੇਗਾ, ਹਿਤ ਹਾਰ ਕੇ ਸਕਲ ਸੁਧਾਵੇਂ, ਸਾਰੇ ਲੋਕ ਜਿਹੜੇ ਨੇ ਲੰਗਰ ਪ੍ਰਸ਼ਾਦਾ ਛਕਣ ਨੂੰ ਆਪੋ ਆਪਣੇ ਡੇਰਿਆਂ ਨੂੰ ਜਾਣਗੇ।
ਤਬ ਲਗ ਤੂਸ਼ਨ ਧਾਰੇ ਰਹੋ। ਉਦੋਂ ਤੱਕ ਤੁਸੀਂ ਚੁੱਪ ਕਰਕੇ ਉੱਥੇ ਬੈਠੇ ਰਹੋ। ਭੀੜ ਨਰਨ ਮੈਂ ਕਿਮ ਨ ਕਹਿਓ। ਤੇ ਜਦੋਂ ਲੋਕਾਂ ਦੀ ਭੀੜ ਹੋਵੇ, ਭੀੜ ਵਿੱਚ ਕੁਝ ਨਾ ਬੋਲਿਓ। ਸੁਣ ਮਸੰਦ ਸ਼ੀਹਾਂ ਰਿਸ ਕਰਕੇ। ਜਦੋਂ ਧੀਰਮਲ ਨੇ ਛੀਹੇ ਮਸੰਦ ਦੀ ਇਹ ਗੱਲ ਕੱਟ ਦਿੱਤੀ ਨਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰਨ ਵਾਲੀ ਗੱਲ ਨਾ ਕਹੇ, ਤੇ ਧੀਰਮਲ ਜਿਹੜਾ ਨਾ ਪਾਪੀ, ਦੇਖੋ ਪਾਪ ਲੋਕੀ ਆਖਦੇ ਪਾਪ ਬੜਾ ਮਾੜਾ ਹੈ, ਬੁਰਾ ਹੈ, ਲੱਖ ਬੁਰਾ ਹੋਵੇ, ਪਰ ਜਿਹਨੇ ਪਾਪ ਕਰਨਾ ਹੁੰਦਾ ਨਾ ਉਹਦੇ ਲਈ ਬੁਰਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ, ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਜਿਹੜਾ ਪਾਪੀ ਬੰਦੇ ਨੂੰ ਬਹੁਤ ਚੰਗਾ ਲੱਗਦਾ। ਕਿਸੇ ਦੀ ਹੱਤਿਆ ਕਰ ਦੇਣੀ ਕਿੰਨਾ ਗੁਨਾਹ ਹੈ, ਕਿੰਨਾ ਬੁਰਾ ਕੰਮ ਹੈ, ਪਰ ਲੋਕੀ ਕਰਦੇ ਹੀ ਨੇ ਨਾ, ਲੋਕੀ ਕਰਦੇ ਨੇ, ਉਹਨਾਂ ਨੂੰ ਚੰਗਾ ਲੱਗਦਾ। ਕਿਸੇ ਦਾ ਘਰ ਬਰਬਾਦ ਕਰ ਦੇਣਾ, ਕਿਸੇ ਦੀ ਜਾਨ ਲੈ ਲੈਣੀ ਕਿੰਨਾ ਮਾੜਾ ਕੰਮ ਹੈ, ਕਿਸੇ ਦਾ ਨੁਕਸਾਨ ਕਰਨਾ, ਪਰ ਲੋਕੀ ਨਹੀਂ ਟਲਦੇ, ਕਰਦੇ ਨੇ। ਕਿਉਂ ਕਰਦੇ ਨੇ? ਉਹਨਾਂ ਪਾਪੀਆਂ ਨੂੰ ਉਹ ਪਾਪ ਕਰਮ ਚੰਗਾ ਲੱਗਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਪਰ ਗੋਲੀ ਚਲਾਉਣੀ ਕਿੱਡਾ ਵੱਡਾ ਪਾਪ ਹੋਏਗਾ, ਪਰ ਧੀਰਮਲ ਦੇ ਇਸ ਪਾਪੀ ਦੁਸ਼ਟ ਮਸੰਦ ਸ਼ੀਹੇ ਨੂੰ ਇਹ ਚੰਗਾ ਲੱਗਦਾ। ਜਦੋਂ ਉਹਨੇ ਸੁਣਿਆ ਵੀ ਬਾਕੀ ਸਭ ਠੀਕ ਹੈ, ਪੈਸੇ ਲੈ ਆਓ, ਪਰ ਮਹਾਰਾਜ ਜੀ ਤੇ ਗੋਲੀ ਨਹੀਂ ਚਲਾਉਣੀ, ਇਹ ਸੁਣ ਕੇ ਇਹ ਦੁਸ਼ਟ ਛੀਹਾ ਮਸੰਦ ਖੁਣਸ ਗਿਆ, ਗੁੱਸੇ ਚ ਆ ਗਿਆ। ਧੀਰਮਲ ਸੋ ਕਹਿਤ ਉਚਰ ਕੈ। ਉੱਚੀ ਆਵਾਜ਼ ਵਿੱਚ ਧੀਰਮਲ ਨੂੰ ਆਖਣ ਲੱਗਾ, ਕਿਉਂਕਿ ਉਹਦਾ ਇੱਕ ਕਾਰਨ ਸੀ। ਕਾਰਨ ਇਹ ਸੀ ਕਿ ਛੀਹਾ ਮਸੰਦ ਵੀ ਜਾਣਦਾ ਵੀ ਧੀਰਮਲ ਸੱਚਾ ਗੁਰੂ ਨਹੀਂ, ਝੂਠਾ ਗੁਰੂ ਹੈ। ਧੀਰਮਲ ਨੂੰ, ਇਹਨੂੰ ਛੀਹੇ ਮਸੰਦ ਨੂੰ ਪਤਾ ਵੀ ਇਹ ਤੇ ਸਾਡਾ ਬਣਾਇਆ ਗੁਰੂ ਹੈ, ਇਹਨੂੰ ਤੇ ਅਸੀਂ ਪੈਸੇ ਲਿਆ ਕੇ ਸੰਗਤਾਂ ਨੂੰ ਆਸੇ ਪਾਸਿਓਂ ਲਿਆ ਕੇ ਦੇ ਦਿੰਨੇ ਆ ਤੇ ਮੱਥਾ ਟਿਕਾਉਨੇ ਆ ਤੇ ਇਹਨੂੰ ਗੁਰੂ ਬਣਾਇਆ। ਇਹਦੀ ਕੀ ਹਿੰਮਤ ਹੈ ਵੀ ਮੇਰੇ ਅੱਗੇ ਬੋਲ ਜਾਵੇ। ਗੁਰੂ ਬਨਾਵਨ ਜੋ ਇਸ ਕਾਲ। ਛੀਹਾ ਮਸੰਦ ਆਖਣ ਲੱਗਾ, ਧੀਰਮਲ ਜੀ ਜਿਹੜਾ ਗੁਰੂ ਬਣਾਉਣਾ ਹੈ, ਹਾਥ ਮਸੰਦਨ ਕੀ ਸੁਬਸਾਲ। ਇਹ ਇਸ ਵੇਲੇ ਸਾਡੇ ਵੱਸ ਵਿੱਚ ਹੈ, ਮਸੰਦਾਂ ਦੇ ਵੱਸ ਹੈ ਕਿਹਨੂੰ ਗੁਰੂ ਬਣਾਉਣਾ ਹੈ, ਕਿਹਨੂੰ ਮੱਥਾ ਟਿਕਾਉਣਾ, ਕਿਹਨੂੰ ਨਹੀਂ ਟਿਕਾਉਣਾ। ਜਿਸ ਕੋ ਗਾਦੀ ਦੇ ਬਿਠਾਏ। ਜਿਹਨੂੰ ਅਸੀਂ ਚਾਹੀਏ ਉਹਨੂੰ ਗੁਰਤਾ ਗੱਦੀ ਤੇ ਬਿਠਾ ਦਈਏ। ਸਿੱਖਨ ਤੇ ਤਿਸ ਲੈ ਪੁਜਾਏ। ਤੇ ਅਸੀਂ ਜਿਹਨੂੰ ਮਰਜ਼ੀ ਚਾਹੀਏ ਸਿੱਖ ਸੰਗਤਾਂ ਕੋਲੋਂ ਉਹਦੀ ਪੂਜਾ ਕਰਵਾ ਦਈਏ। ਸੰਗਤ ਸਭ ਮਸੰਦ ਅਨੁਸਾਰੀ। ਕਿਉਂਕਿ ਸੰਗਤਾਂ ਨੇ ਤੁਹਾਨੂੰ ਨਹੀਂ ਆ ਕੇ ਪੁੱਛਣਾ ਵੀ ਗੁਰੂ ਕੌਣ ਹੈ, ਸੰਗਤਾਂ ਨੇ ਸਾਨੂੰ ਪੁੱਛਣਾ। ਸੰਗਤਾਂ ਹਮੇਸ਼ਾ ਹੀ ਮਸੰਦਾਂ ਦੀ ਗੱਲ ਮੰਨਦੀਆਂ ਹਨ। ਚਹਿ ਲਜਾਵੇ ਤਿਸੇ ਅਗਾਰੀ। ਤੇ ਮਸੰਦ ਜਿਹੜੇ ਨੇ ਜਿੱਧਰ ਮਰਜ਼ੀ ਸੰਗਤਾਂ ਨੂੰ ਲੈ ਜਾਣ। ਤਿਸੀ ਦੇਸ਼ ਮੈਂ ਹੈ ਸੋ ਮਸੰਦ। ਇਸ ਵਾਸਤੇ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਜੋ ਜੋ ਗੁਰੂ ਘਰ ਦਾ ਪ੍ਰਚਾਰਕ ਮਸੰਦ ਹੈ, ਤੇ ਪਚਾਤ ਸੋ ਹੈ ਨਰ ਬ੍ਰੰਦ। ਤੇ ਸਾਰੀ ਉਸ ਇਲਾਕੇ ਦੀ ਸੰਗਤ ਉਸ ਮਸੰਦ ਦੇ ਪਿੱਛੇ ਲੱਗਦੀ ਹੈ। ਕੋ ਮਸੰਦ ਤੁਮ ਤੇ ਫਿਰ ਜਾਵੇ। ਤੇ ਜੇਕਰ ਅਸੀਂ ਧੀਰਮਲ ਤੇਰੇ ਨਾਲ ਵਿਗੜ ਗਏ ਨਾ, ਤੇਰੇ ਵੱਲੋਂ ਮੂੰਹ ਮੋੜ ਲਿਆ, ਮਿਲੇ ਜਾਏ ਤੈ ਤਾਹੀਂ ਪੁਜਾਵੇ। ਤੇ ਅਸੀਂ ਜਿਹਨੂੰ ਮਰਜ਼ੀ ਜਾ ਕੇ ਮਿਲ ਜਾਈਏ, ਤੇਰਾ ਦਰ ਛੱਡ ਕੇ, ਤੇਰਾ ਡੇਰਾ ਛੱਡ ਕੇ ਕਿਸੇ ਹੋਰ ਗੁਰੂ ਕੋਲ ਜਾਈਏ, ਉਹਦੇ ਨਾਲ ਜਾ ਕੇ ਅਸੀਂ ਗੱਲਬਾਤ ਕਰ ਲਈਏ। ਅਨਕੋ ਉਪਦਰਵ ਜੀਵਤ ਕਰੈ। ਤੇ ਫਿਰ ਵੇਖੀ ਤੇਰੇ ਲਈ ਬਹੁਤ ਬਿਪਤਾ ਹੋਏਗੀ। ਤੂੰ ਹੁਣ ਨਾ ਵੀ ਨਹੀਂ, ਦਿਨ ਬਾ ਦਿਨ ਇਸੇ ਤਰ੍ਹਾਂ ਹੋਏਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਾਜੋ ਸਮਾਨ ਮਾਇਆ ਵਧੇਗੀ, ਤੇ ਹੋਰ ਜਿਹੜੇ ਗੁਰੂ ਨੇ ਇਹਨਾਂ ਦੇ ਮਸੰਦ ਸਾਰੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਜੁੜਨਗੇ। ਤੇਰੇ ਵਾਸਤੇ ਆਉਣ ਵਾਲੇ ਸਮੇਂ ਵਿੱਚ ਬਿਪਤਾ ਬਣੇਗੀ। ਨਿਸ਼ਕੰਟਕ ਹੋਏ ਹੈ ਜੀ ਮਰੈ। ਤੇ ਫਿਰ ਤੂੰ ਵੇਖੀ ਬਹੁਤ ਦੁਖੀ ਹੋਏਗਾ। ਤੇ ਜੇ ਹੁਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਾਂ ਮਾਰ ਲਈਏ, ਫਿਰ ਹੋਰ ਕਿਸੇ ਦਾ ਵੀ ਆਪਾਂ ਨੂੰ ਕੋਈ ਡਰ ਭੈ ਨਹੀਂ ਰਵੇਗਾ। ਜੇ ਤੁਮਰੀ ਸਲਾਹ ਨ ਐਸੀ। ਜੇਕਰ ਧੀਰਮਲ ਤੇਰੀ ਇਹ ਮਰਜ਼ੀ ਨਹੀਂ ਹੈ ਗੁਰੂ ਜੀ ਨੂੰ ਮਾਰਨ ਵਾਲੀ, ਹਮ ਤੋ ਨਹੀਂ ਮਿਟेंगे ਕੈਸੇ। ਪਰ ਫਿਰ ਦੂਸਰੀ ਗੱਲ ਇਹ ਵੀ ਤੂੰ ਜੋ ਕੁਝ ਮਰਜ਼ੀ ਸੋਚੀ ਜਾ, ਆਪਾਂ ਕੋ ਕਿਹੜਾ ਤੇਰੇ ਕੋਲੋਂ ਪੁੱਛਣਾ ਬਈ, ਆਪਾਂ ਤੇ ਨਹੀਂ ਜੇ ਪਿੱਛੇ ਹਟਣਾ। ਮੈਂ ਤੇ ਲਾਜ਼ਮੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ
ਮੌਤ ਦੇ ਘਾਟ ਉਤਾਰ ਕੇ ਹੀ ਸਾਹ ਲਵਾਂਗਾ। ਜਿਸ ਮੈਂ ਸੰਸਾ ਸਦਾ ਨਿਹਰੀਏ। ਕਿਉਂਕਿ ਜਿਸ ਗੱਲ ਦੇ ਵਿੱਚ ਸ਼ੱਕ ਹੋਵੇ, ਜਿਸ ਗੱਲ ਦਾ ਆਉਣ ਵਾਲੇ ਸਮੇਂ 'ਚ ਡਰ ਹੋਵੇ, ਬਿਨਾ ਵਿਚਾਰੇ ਤਿਸ ਪਰ ਹਰੀਏ। ਉਸ ਗੱਲ ਨੂੰ ਬਿਨਾਂ ਸੋਚੇ ਕਰਨਾ ਚਾਹੀਦਾ ਹੈ। ਨਾਹੀ ਤੇ ਪਛਤਾਤਾਪ ਕਰੰਤਾ। ਨਹੀਂ ਤੇ ਸਮਾਂ ਗੁਜ਼ਰ ਜਾਣ ਤੋਂ ਬਾਅਦ ਪਛਤਾਤਾਪ, ਪਛਤਾਵਾ ਹੀ ਬੰਦੇ ਦੇ ਹੱਥ ਪੈਂਦਾ ਹੈ। ਘਾਤ ਪਾਏ ਕਰ ਦਾਵ ਚੁਕੰਤਾ। ਇਸ ਲਈ ਜਿਹੜਾ ਬੰਦਾ ਮੌਕਾ ਖੁੰਝ ਜਾਵੇ ਨਾ, ਸਮਾਂ ਹੁੰਦਾ ਹੈ, ਮੌਕਾ ਹੁੰਦਾ ਹੈ ਹਰ ਇੱਕ ਗੱਲ ਦਾ, ਜਦੋਂ ਮੌਕਾ ਲੰਘ ਜਾਏ ਉਸ ਤੋਂ ਬਾਅਦ ਦੇ ਵਿੱਚ ਫਿਰ ਬੰਦੇ ਨੂੰ ਪਛਤਾਉਣਾ ਪੈਂਦਾ ਹੈ। ਤੁਝ ਸ਼ਰੀਕ ਏ ਜਬ ਅਧਕਾਵੇ। ਅੱਜ ਤੈਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਪਰ ਤਰਸ ਆ ਰਿਹਾ, ਇਹਨਾਂ ਦੇ ਗੁਣ ਚੇਤੇ ਆ ਰਹੇ ਨੇ। ਯਾਦ ਰੱਖੀ, ਜਦੋਂ ਮੱਖਣ ਛਾਲ ਬਾਣੇ ਵਰਗੇ 2-4 ਸਿੱਖ ਹੋਰ ਆ ਗਏ ਨਾ, ਇੰਨਾ ਪੈਸਾ ਆ ਗਿਆ, ਇਹਨਾਂ ਦਾ ਸਾਜੋ ਸਮਾਨ, ਘਰ-ਬਾਰ ਸਾਰਾ ਕੁਝ ਵੱਧ ਜਾਏਗਾ। ਸੋਹਣੇ ਮਹਿਲ ਮਕਾਨ ਬਣ ਜਾਣਗੇ, ਦੀਵਾਨ ਲੱਗਣ ਲੱਗ ਜਾਣਗੇ, ਭੱਟ ਨਕੀਬ ਆ ਜਾਣਗੇ, ਸੰਗਤਾਂ ਆਉਣਗੀਆਂ, ਮਸੰਦ ਸਾਰੇ ਇਹਨਾਂ ਨਾਲ ਜੁੜ ਜਾਣਗੇ। ਮਾਇਆ ਦੀ, ਧਨ ਦੌਲਤ ਦੀ ਜਦੋਂ ਇਹਨਾਂ ਦੇ ਕੋਲ ਕੋਈ ਕਮੀ ਨਾ ਰਵੇਗੀ, ਪੁਨ ਕੈਸੇ ਕਰ ਹੱਥ ਨ ਆਵੇ। ਤੇ ਫਿਰ ਹੱਥ ਮਲਦਾ ਬੈਠਾ ਰਹੀ, ਤੇਰੇ ਵੱਸ ਫਿਰ ਕੁਝ ਨਹੀਂ ਹੋਣਾ। ਕਹੀ ਤੁਮਾਰੀ ਤੀਸ ਭਾਂਤ। ਇਸ ਵਾਸਤੇ ਜੋ ਮੈਂ ਤੈਨੂੰ ਕਹਿ ਰਿਹਾ ਹਾਂ, ਹਮਨੇ ਚੂਕੇਂਗੇ ਲਖ ਘਾਤ। ਇਹ ਮੇਰੀ ਗੱਲ ਮੰਨ, ਇਸ ਵੇਲੇ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਛੱਡਣਾ ਨਹੀਂ। ਨਿਤ ਕੋ ਝਗੜਾ ਦੇਹ ਚੁਕਾਏ। ਅੱਜ ਇੱਕ ਵਾਰੀ ਆਪਾਂ ਹੱਲਾ ਕੀਤਾ, ਰੋਜ਼ ਦੀ ਕਲੇ ਖਤਮ। ਸਭ ਕੋ ਮਹਾ ਤਰਾਸ ਉਪਜਾਏ। ਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜੇ ਆਪਾਂ ਮਾਰ ਲਿਆ, ਬਾਕੀ ਦੇ ਸਾਰੇ ਸੋਢੀ ਆਪਣੇ ਆਪ ਹੀ ਸਾਡੇ ਕੋਲੋਂ ਡਰਨਗੇ। ਇਸ ਬਿਦ ਕਰੈ ਬਿਨਾ ਗੁਰ ਆਈ। ਤੇ ਫਿਰ ਬਿਨਾਂ ਕੋਈ ਯਤਨ ਕੀਤੇ ਦੇ ਆਪਣੇ ਆਪ ਹੀ ਆਪਾਂ ਸੱਚੇ ਗੁਰੂ ਹਾਂ। ਹੋਏ ਨਹੀਂ ਤੁਮ ਘਰ ਠਹਿਰਾਈ। ਕੋਈ ਵੀ ਨਹੀਂ ਹੈ ਜਿਹੜਾ ਤੇਰੇ ਅੱਗੇ ਅੜ ਸਕੇ। ਇਹ ਬੜ ਕੰਟਕ ਦੇਹ ਟਾਰ। ਬਸ ਇੱਕੋ ਹੀ ਇੱਕ ਖਤਰਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਅਪਰ ਸਰਬ ਹੈ ਤੁਮ ਅਨੁਸਾਰ। ਬਾਕੀ ਦੇ ਸੋਢੀ ਜਿਹੜੇ ਨੇ ਉੱਤੇ ਆਪਾਂ ਸਾਰੇ ਚੋਰ ਕੇ ਚੋਰ ਮੁਸੇਰੇ ਭਾਈ ਹੈ। ਇਹਨਾਂ ਨੂੰ ਵੀ ਪਤਾ ਨਾ ਵੀ ਇਹ ਵੀ ਝੂਠੇ ਤੇ ਬਾਕੀ ਵੀ ਝੂਠੇ, ਇਹ ਵੀ ਝੂਠਾ ਤੇ ਬਾਕੀ ਝੂਠੇ। ਫਰਕ ਇਹਨਾਂ ਹੈ ਵੀ ਜਿੱਥੇ ਸਾਰੇ ਨੇ ਉਹਨਾਂ ਉਹਨਾਂ ਦੇ ਵਿੱਚ ਕਾਣਾ ਜਿਹੜਾ ਉਹ ਰਾਜਾ ਹੁੰਦਾ ਹੈ। ਇਹ ਬਾਕੀ ਸਾਰੇ ਦੇ ਸਾਰੇ ਇੰਨੇ ਨੇ, ਧੀਰ ਮਲ ਕਾਣਾ ਇਹ ਇਹਨਾਂ ਦਾ ਰਾਜਾ। ਤੇ ਸੱਚਾ ਗੁਰੂ ਕੌਣ ਹੈ? ਖਤਰਾ ਕਿਹਦੇ ਤੋਂ ਹੈ? ਖਤਰਾ ਗੁਰੂ ਤੇਗ ਬਹਾਦਰ ਮਹਾਰਾਜ ਤੋਂ, ਬਾਕੀਆਂ ਤੋਂ ਤੇ ਖਤਰਾ ਹੀ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜੇ ਆਪਾਂ ਮਾਰ ਲਿਆ, ਬਾਕੀ ਤੇ ਸਾਰੇ ਆਪਣੇ ਵਰਗੇ ਕੌਲੀ ਚੱਟ ਹਨ। ਦੁਸ਼ਟ ਮਸੰਦ ਮੰਤਰ ਇਮ ਕਰਿਓ। ਇਸ ਤਰ੍ਹਾਂ ਇਸ ਪਾਪੀ ਦੁਸ਼ਟ ਛੀਹੇ ਨੇ ਇਹ ਮਤਾ ਪਕਾਇਆ, ਲੋਭ ਦਰਬ ਕੋ ਬਹੁ ਉਰ ਧਰਿਓ। ਜਿਹਦੇ ਮਨ ਵਿੱਚ ਪੈਸੇ ਦਾ ਬਹੁਤ, ਮਾਇਆ ਦਾ ਲੋਭ ਲਾਲਚ ਹੈ। ਧੀਰ ਮਲ ਕੋ ਕਹਿਉ ਨ ਮਨ। ਧੀਰ ਮਲ ਦੀ ਗੱਲ ਇਹਨੇ ਪਾਪੀ ਨੇ ਮੰਨੀ ਨਾ। ਕਰਤ ਭਇਓ ਆਪੈ ਜਿਮ ਜਨ। ਤੇ ਆਂਦਾ ਵੀ ਹੁਣ ਤੇਰੀ ਗੱਲ ਨਹੀਂ ਮੰਨਣੀ ਧੀਰ ਮਲ, ਮੇਰੀ ਜੋ ਮਰਜ਼ੀ ਹੋਏਗੀ ਮੈਂ ਕਰਾਂਗਾ। ਤੁਮ ਗੁਰ ਗਾਦੀ ਪਰ ਥਿਤ ਰਹੋ। ਤੈਨੂੰ ਗੁਰੂ ਬਣਾਉਣ ਵਾਲਾ ਮੈਂ ਆ, ਬਾਕੀ ਦਾ ਕੰਮ ਹੀ ਮੇਰੀ ਜ਼ਿੰਮੇਵਾਰੀ। ਤੂੰ ਸਿਰਫ ਇੱਥੇ ਚੁੱਪ ਕਰਕੇ ਬੈਠਾ ਦੇਖਦਾ ਰਹੋ। ਇਸ ਬਿਦ ਕੀ ਭੇਵ ਨਾ ਕੁਛ ਲਹੋ। ਤੁਸੀਂ ਹੁਣ ਕੀ ਮੈਂ ਕਰਦਾ ਕੀ ਨਹੀਂ ਕਰਨਾ ਇਹ ਤੈਨੂੰ ਮੈਂ ਕੁਝ ਨਹੀਂ ਦੱਸਣਾ। ਨੀਤ ਜਾਣਬੋ ਮੁਸ਼ਕਲ ਹੋਏ। ਤੇ ਹੁਣ ਜਿਹੜਾ ਨਾ ਜੋ ਨੀਤੀ ਆਖਦੀ ਹੈ ਉਹ ਹੀ ਕਰਨਾ ਚਾਹੀਦਾ, ਤੇ ਤੈਨੂੰ ਸਾਰਾ ਕੁਝ ਜਾਣਨ ਦੀ ਜ਼ਰੂਰਤ ਨਹੀਂ ਹੈ। ਸ਼ਰ ਬਲ ਧਰੇ ਲਿਖਤ ਬਿਦ ਸੋਏ। ਤੇ ਹੁਣ ਮੈਂ ਛਲ ਕਰਕੇ ਬਲ ਕਰਕੇ ਜਿੱਦਾਂ ਕਿਦਾਂ ਮਰਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰ ਕੇ ਸਾਰੀ ਦਸਵੰਧ ਦੀ ਮਾਇਆ ਜੋ ਚੜ੍ਹਤ ਚੜਾਵੇ ਦੀ ਹੈ ਉਹ ਮੈਂ ਆਪਣੇ ਕੋਲ ਲੈ ਕੇ ਆਵਾਂਗਾ। ਇੱਧਰ ਹੁਣ ਧੀਰ ਮਲ ਚਾਹੁੰਦਾ ਵੀ ਪੈਸਾ ਤੇ ਮੇਰੇ ਕੋਲ ਆ ਜਾਏ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਪਰ ਵਾਰ ਨਾ ਕੀਤਾ ਜਾਏ। ਪਰ ਛੀਆਂ ਦੁਸ਼ਟ ਚਾਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੈਂ ਜਾਨ ਤੋਂ ਮਾਰਾਂ। ਇਸ ਤੋਂ ਅੱਗੇ ਕੀ ਹੁੰਦਾ ਹੈ ਇਹ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰ ਸਕੋਗੇ। ਭੁੱਲਾਂ ਗਲਤੀਆਂ ਲਿਖੇ